दोहरा। दीप माल का जह कहा, ज्वलत मसाल के चार। पावत तार फुलेल के, किधों कृत को जार। वाहिगुरु जी का खालसा, वाहिगुरु जी की फतेह। जुगो जुग अटल। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਕੀ ਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸਰਬੰਸਦਾਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਸਤਿਗੁਰੂ ਜੀ ਨੇ ਸੱਚਖੰਡ ਚਾਲੇ ਦੀਆਂ ਤਿਆਰੀਆਂ ਕੀਤੀਆਂ ਹਨ। ਸਿੰਘਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ ਹੈ। ਅੱਧੀ ਕੁ ਰਾਤ ਬੀਤ ਗਈ ਸਾਰੇ ਸਿੰਘਾਂ ਨੂੰ ਦਰਸ਼ਨ ਦਿਦਾਰੇ ਦਿੰਦਿਆਂ। ਆਪਣੇ ਸਾਰੇ ਸ਼ਸਤਰ ਆਪਣੇ ਤਨ ਤੇ ਧਾਰਨ ਕੀਤੇ ਨੇ। ਚਿਹਰੇ ਤੇ ਸਾਹਿਬ ਦੇ ਦੀਰਘ ਦਾੜਾ ਹੈ, ਵਿੱਚ ਕੋਈ ਕੋਈ ਕੇਸ ਚਿੱਟਾ ਹੈ। ਕਮਰ ਕੱਸਾ ਲਾਇਆ ਹੈ, ਮੋਢੇ ਤੇ ਕਮਾਨ ਹੈ, ਹੱਥ ਵਿੱਚ ਆਪਣੀ ਬੰਦੂਕ ਵੀ ਧਾਰਨ ਕੀਤੀ ਹੈ। ਸਮੁੱਚੇ ਖਾਲਸੇ ਨੂੰ ਮਹਾਰਾਜ ਜੀ ਨੇ ਫਤਿਹ ਗਜਾਈ। ਸਾਹਿਬ ਦਾ ਸਰੂਪ ਨਜ਼ਰ ਆ ਰਿਹਾ ਹੈ, ਪਰ ਸਿੰਘ ਜਦੋਂ ਸਤਿਗੁਰਾਂ ਦੇ ਚਰਨ ਸਪਰਸ਼ ਵਾਸਤੇ ਨੇੜੇ ਜਾਂਦੇ ਨੇ, ਪਾਤਸ਼ਾਹ ਦੇ ਚਰਨ ਹੱਥਾਂ ਵਿੱਚ ਨਹੀਂ ਆਉਂਦੇ। ਜਿਵੇਂ ਕੋਈ ਪ੍ਰਕਾਸ਼ ਨੂੰ ਹੱਥ ਚੀਰ ਕੇ ਪਾਰ ਚਲੇ ਜਾਂਦੇ ਨੇ, ਏਦਾਂ ਹੱਥ ਚਰਨਾਂ ਤੇ ਰੱਖਦੇ ਨੇ ਤੇ ਉਹ ਸਿੱਧੇ ਜ਼ਮੀਨ ਤੇ ਜਾ ਕੇ ਲੱਗਦੇ ਨੇ। ਸਤਿਗੁਰਾਂ ਦੇ ਚਰਨ ਹੱਥਾਂ ਵਿੱਚ ਨਹੀਂ ਆਉਂਦੇ, ਕਿਉਂਕਿ ਮੇਰੇ ਸਾਹਿਬ ਸ਼ਬਦ ਰੂਪ ਹੋ ਗਏ ਨੇ। ਆਪਣਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਜੋਤ ਵਿਦਮਾਨ ਕਰ ਦਿੱਤੀ। ਗ੍ਰੰਥ ਪੰਥ ਖਾਲਸ ਵਰਤੰਤਾ। ਗੁਰੂ ਗ੍ਰੰਥ ਤੇ ਗੁਰੂ ਪੰਥ ਵਿੱਚ ਆਪਣਾ ਆਪ ਸਤਿਗੁਰਾਂ ਨੇ ਰੱਖ ਦਿੱਤਾ। ਜਿਵੇਂ ਆਕਾਸ਼ ਨਭ ਸਾਰੇ ਪਾਸੇ ਵਿਆਪਕ ਹੈ, ਸਤਿਗੁਰੂ ਜੀ ਇਸ ਤਰ੍ਹਾਂ ਹੁਣ ਵਿਆਪਕ ਹੋ ਗਏ ਨੇ। ਤੋ ਸਾਰੇ ਸਿੰਘਾਂ ਨੂੰ ਦਰਸ਼ਨ ਦਿੰਦਿਆਂ ਮਹਾਰਾਜ ਕਨਾਤ ਵਾਲੇ ਪਾਸੇ, ਜਿੱਥੇ ਸਿੰਘਾਂ ਨੂੰ ਹੁਕਮ ਕਰਕੇ ਸਤਿਗੁਰਾਂ ਨੇ ਅੰਗੀਠਾ ਚੜਵਾਇਆ ਹੈ, ਤਖਤ ਸਾਹਿਬ ਵਾਲਾ ਪਵਿੱਤਰ ਸਥਾਨ, ਉਸ ਪਾਸੇ ਸਤਿਗੁਰੂ ਜੀ ਜਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਕਲਗੀਧਰ ਜੀ ਦੇ ਜੋਤੀ ਜੋਤ ਸਮਾਵਣ ਦਾ ਪ੍ਰਸੰਗ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੀਪਮਾਲ ਕਾ ਜਹ ਕਹਾ ज्वलत मसाल के चार। ਸਾਰੇ ਪਾਸੇ ਕਿਉਂਕਿ ਰਾਤ ਦਾ ਸਮਾਂ ਅੰਮ੍ਰਿਤ ਵੇਲਾ ਹੋ ਚੁੱਕਾ ਹੈ, ਤਕਰੀਬਨ 1.5 ਕੁ ਪਹਿਰ ਰਾਤ ਦਾ ਬਾਕੀ ਹੈ। ਤਾਂ ਉਸ ਵਕਤ ਸਾਰੇ ਪਾਸੇ ਰੋਸ਼ਨੀ ਦਾ ਪ੍ਰਬੰਧ ਕੀਤਾ ਹੋਇਆ, ਚਾਰ ਬਾਲੇ ਹੋਏ ਨੇ, ਮਤਾਬੀਆਂ ਬਾਲੀਆਂ ਹੋਈਆਂ, ਮਸ਼ਾਲਾਂ ਜਿਹੜੀਆਂ ਨੇ ਉਹ ਬਾਲ ਕੇ ਚਾਰੇ ਪਾਸੇ ਦੀਵੇ ਆਦਿਕ ਜਗਾ ਕੇ ਦੀਪਮਾਲਾ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਕੀਤੀ ਹੋਈ ਹੈ। ਪਾਵਤ ਧਾਰ ਫੁਲੇਲ ਕੇ ਕਿਦੋਂ ਕ੍ਰਿਤ ਕੋ ਜਾਰ। ਦੀਪਮਾਲਾ ਦੇ ਦੌਰਾਨ ਜਿਹੜਾ ਤੇਲ ਬਾਲਿਆ ਜਾ ਰਿਹਾ, ਉਸ ਤੇਲ ਦੇ ਵਿੱਚ ਵੀ ਸੁਗੰਧੀਆਂ ਫੁਲੇਲ ਆਦਿਕ ਦੀਆਂ ਮਿਲਾਈਆਂ ਹੋਈਆਂ। ਉਦਾਂ ਵੀ ਫੁਲੇਲ ਆਦਿਕ ਦਾ ਚਰਚਣ ਕੀਤਾ ਜਾ ਰਿਹਾ ਹੈ, ਔਰ ਨਾਲ ਘਿਓ ਦੇ ਦੀਵੇ, ਜਿਹੜੇ ਦੇਸੀ ਘਿਓ ਦੇ ਦੀਵੇ ਨੇ, ਉਹ ਜਗਾਏ ਜਾ ਰਹੇ ਨੇ, ਜਿਨ੍ਹਾਂ ਦੀ ਉਹਨਾਂ ਦੇ ਬਲਣ ਦੇ ਨਾਲ ਜਦੋਂ ਦੇਸੀ ਘਿਓ ਦੀਵੇ ਦੀ ਲਾਟ ਨਾਲ ਸੜਦਾ ਹੈ, ਉਹਦੀ ਵੀ ਇੱਕ ਸੁਗੰਧੀ ਹੈ ਜਿਹੜੀ ਸਾਰੇ ਵਾਤਾਵਰਣ ਨੂੰ ਮਹਿਕ ਵਾਲਾ ਕਰ ਰਹੀ ਹੈ। ਚੌਪਈ ਦਿਨ ਸਮ ਪਇਓ ਪ੍ਰਕਾਸ਼ ਵਿਸਾਲਾ। ਰਾਤ ਦੇ ਸਮੇਂ ਇਤਨੀ ਰੋਸ਼ਨੀ ਦਾ ਪ੍ਰਬੰਧ ਕੀਤਾ ਹੋਇਆ, ਇਤਨੇ ਦੀਵੇ ਜਗ ਰਹੇ ਨੇ, ਮਸਾਲਾਂ ਬਲ ਰਹੀਆਂ ਨੇ, ਮਤਾਬੀਆਂ ਬਲ ਰਹੀਆਂ ਨੇ ਕਿ ਏਦਾਂ ਜਾਪਦਾ ਵੀ ਜਿਵੇਂ ਰਾਤ ਨੂੰ ਹੀ ਦਿਨ ਚੜਿਆ ਹੋਇਆ। ਉਧਰ ਆਕਾਸ਼ ਦੇ ਵਿੱਚ ਵੀ ਵਿਵਾਨ ਉਤਰੇ ਹੋਏ ਨੇ, ਦੇਵਤਿਆਂ ਦੇ ਆਕਾਸ਼ ਵਿੱਚ ਵੀ ਲਾਲੀ ਹੈ, ਔਰ ਧਰਤੀ ਉੱਤੇ ਵੀ ਤਖਤ ਸਾਹਿਬ ਦੇ ਚਾਰੇ ਪਾਸੇ ਰਾਤ ਦੇ ਸਮੇਂ ਮਾਨੋ ਜਿਵੇਂ ਦਿਨ ਚੜਿਆ ਹੋਵੇ, ਇੰਨੀ ਰੋਸ਼ਨੀ ਕੀਤੀ ਹੋਈ ਹੈ। ਤਿਮਰ ਸਗਨ ਚਾਹੂੰ ਦਿਸ਼ ਚਾਲਾ। ਜਿਹੜਾ ਸੰਘਣਾ ਹਨੇਰਾ ਸੀ ਉਹ ਚਾਰੇ ਪਾਸੇ ਦੂਰ ਦੂਰ ਹੋ ਕੇ ਚਲਾ ਗਿਆ। ਰੋਸ਼ਨੀ ਇੰਨੀ ਹੈ ਕਿ ਜਿਹੜਾ ਸੰਘਣਾ ਹਨੇਰਾ ਹੈ ਉਹ ਦੂਰ ਦੂਰ ਤੱਕ ਚਲਾ ਗਿਆ ਹੈ। ਚੰਚਲ ਚਰਨ ਚਖਾ ਦਿਸ਼ ਚੱਲੇ। ਸਤਿਗੁਰੂ ਕਲਗੀਧਰ ਜੀ ਸਾਰੇ ਸਿੰਘਾਂ ਨੂੰ ਦਰਸ਼ਨ ਦੇ ਕੇ ਫਤਿਹ ਗਜਾ ਕੇ ਚਿਖਾ ਵਾਲੇ ਪਾਸੇ ਜਿੱਧਰ ਅੰਗੀਠਾ ਰਚਿਆ ਗਿਆ ਹੈ, ਆਪਣੇ ਚਰਨ ਉਸ ਪਾਸੇ ਨੂੰ ਵਧਾਏ ਹਨ। ਚੰਚਲ ਦਾ ਮਤਲਬ ਹੈ ਵੀ ਉਸ ਪਾਸੇ ਚਰਨਾਂ ਨੂੰ ਮਹਾਰਾਜ ਜੀ ਨੇ ਵਧਾਇਆ ਹੈ। ਬਸਤਰ ਸ਼ਸਤਰ ਸਭ ਸ਼ੋਭਤ ਭਲੇ। ਬੜੇ ਸੋਹਣੇ ਬਸਤਰ, ਬੜੇ ਸੁੰਦਰ ਸ਼ਸਤਰ ਸਤਿਗੁਰੂ ਜੀ ਦੇ ਪਾਵਨ ਸਰੀਰ ਦੇ ਉੱਤੇ ਸ਼ੋਭਨੀਕ ਹੋ ਰਹੇ ਨੇ। ਚਿਖਾ ਵਾਲੇ ਪਾਸੇ, ਅੰਗੀਠੇ ਵਾਲੇ ਪਾਸੇ ਜਾਣ ਤੋਂ ਪਹਿਲਾਂ ਸਮੁੱਚੇ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਗੱਜ ਵੱਜ ਕੇ ਫਤਿਹ ਗਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਮਹਾਰਾਜ ਜੀ ਅੰਗੀਠੇ ਵੱਲ ਵਧੇ ਨੇ। ਸੋਹਣੇ ਬਸਤਰ ਤੇ ਸ਼ਸਤਰ ਸਰੀਰ ਤੇ ਸਜਾਏ ਹਨ। ਤਨੀ ਕਨਾਤ ਪੌਰ ਜਿਸ ਥਾਨਾ। ਜਿੱਥੇ ਕਨਾਤਾਂ ਤਾਣੀਆਂ ਹੋਈਆਂ ਸੀ ਔਰ ਕਨਾਤਾਂ ਦੇ ਅੰਦਰ ਅੰਗੀਠਾ ਰਚਿਆ ਹੋਇਆ ਸੀ। ਸਤਿਗੁਰੂ ਜੀ ਉਸ ਪਾਸੇ ਜਿੱਥੇ ਕਨਾਤਾਂ ਦਾ ਮੁੱਖ ਦਰਵਾਜ਼ਾ ਸੀ ਅੰਦਰ ਜਾਣ ਲਈ ਬਣਾਇਆ ਹੋਇਆ, ਉਸ ਪਾਸੇ ਕਲਗੀਧਰ ਜੀ ਜਾ ਰਹੇ ਨੇ। ਤਹ ਥਿਰ ਹੋਇ ਕਰ ਬਾਕ ਬਖਾਨਾ। ਜਦੋਂ ਕਨਾਤ ਦੇ ਦਰਵਾਜ਼ੇ ਤਾਈਂ ਆ ਗਏ, ਕੁਝ ਸਿੰਘ ਮਹਾਰਾਜ ਜੀ ਦੇ ਨਿਕਟਵਰਤੀ ਕੋਲ ਨੇ। ਕਲਗੀਧਰ ਪਾਤਸ਼ਾਹ ਨੇ ਉਸ ਕਨਾਤ ਦੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਸਿੰਘਾਂ ਨੂੰ ਬਚਨ ਕਹੇ। ਜਾਏ ਚਿਖਾ ਪਰ ਬੈਠੈ ਜਬੈ। ਪਾਤਸ਼ਾਹ ਨੇ ਬਚਨ ਕੀਤਾ, ਸਿੰਘੋ ਜਦੋਂ ਅਸੀਂ ਇਸ ਚਿਖਾ ਤੇ ਅੰਗੀਠੇ ਤੇ ਜਾ ਕੇ ਚੌਂਕੜਾ ਲਾ ਕੇ ਬੈਠਾਂਗੇ, ਇਸ ਅੰਗੀਠੇ ਦੇ ਉੱਤੇ ਜਦੋਂ ਅਸੀਂ ਚੌਂਕੜਾ ਲਾ ਕੇ ਬੈਠਾਂਗੇ, ਤੁਰਤ ਪ੍ਰਦਛਨਾ ਦੈ ਕਰ ਸੁਬੈ। ਤੇ ਤੁਸੀਂ ਬੜੀ ਛੇਤੀ ਨਾਲ ਅੰਗੀਠੇ ਦੀ ਪਰਿਕਰਮਾ ਕਰਕੇ ਬਹੁਰ ਹੁਤਾਸਨ ਕੋ ਜਵਲ ਤਲਾਵੋ। ਔਰ ਫਿਰ ਅਗਨੀ ਦੇ ਦੇਣੀ ਹੈ ਅੰਗੀਠੇ। ਅੰਗੀਠੇ ਨੂੰ ਅਗਨੀ ਦੇ ਦੇਣੀ, ਹੁਤਾਸਨ ਕਹਿੰਦੇ ਨੇ ਅੱਗ ਨੂੰ।
ਮਹਾਰਾਜ ਜੀ ਕਹਿੰਦੇ ਪਰਿਕਰਮਾ ਕਰਕੇ ਛੇਤੀ ਦੇ ਨਾਲ ਅੰਗੀਠੇ ਨੂੰ ਤੁਸੀਂ ਅਗਨੀ ਦੇਣੀ ਹੈ। ਨਮੋ ਕਰਤ ਹੈ ਵਹਿ ਰਸਦਾਵ ਔਰ ਹੋ। ਅਗਨੀ ਦੇਂਦਿਆਂ ਸਾਰ ਤੁਸੀਂ ਇੱਥੇ ਖਲੋਣਾ ਨਹੀਂ ਹੈ, ਹੁਕਮ ਕੀਤਾ ਖਲੋਣਾ ਨਹੀਂ ਇੱਥੇ। ਅਗਨੀ ਦੇਂਦਿਆਂ ਸਾਰ ਤੁਸੀਂ ਇੱਥੋਂ ਬਾਹਰ ਚਲੇ ਜਾਣਾ ਕਨਾਤ ਚੋਂ। ਹਾਂਜੀ, ਇਸ ਕਾਰਜ ਮਹਿ ਬਿਲਮ ਨ ਕਰਨੀ। ਔਰ ਨਮਸਕਾਰ ਕਰਦਿਆਂ ਬਾਹਰ ਚਲੇ ਜਾਣਾ। ਇਸ ਕਾਰਜ ਨੂੰ ਕਰਦਿਆਂ ਤੁਸੀਂ ਦੇਰੀ ਨਹੀਂ ਲਾਉਣੀ। ਜਿੰਨਾ ਛੇਤੀ ਛੇਤੀ ਪਰਿਕਰਮਾ ਕਰਨੀ ਹੈ ਔਰ ਅੰਗੀਠੇ ਨੂੰ ਅਗਨ ਭੇਟ ਕਰਕੇ ਨਮਸਕਾਰ ਕਰਕੇ ਛੇਤੀ ਨਾਲ ਬਾਹਰ ਚਲੇ ਜਾਣਾ। ਇਹ ਸੇਵਾ ਕਰਦਿਆਂ ਤੁਸੀਂ ਦੇਰੀ ਨਹੀਂ ਲਾਉਣੀ। ਜਪੋ ਪਰਮੇਸ਼ਵਰ ਧੀਰਜ ਧਰਨੀ। ਔਰ ਪਾਰ ਬ੍ਰਹਮ ਪਰਮੇਸ਼ਰ ਦਾ ਜਾਪ ਜਪਣਾ ਤੇ ਆਪਣੇ ਹਿਰਦੇ 'ਚ ਧੀਰਜ ਰੱਖਣਾ। ਹਿਮ ਕਹਿ ਸ਼੍ਰੀ ਪ੍ਰਭ ਕਿਰਪਾ ਨਿਧਾਨਾ। ਏਦਾਂ ਕਹਿ ਕੇ ਕਿਰਪਾ ਦੇ ਖਜ਼ਾਨੇ ਕਿਰਪਾ ਨਿਧਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਜਾਏ ਚਿਤਾਜ ਸਥਾਨਾ। ਜਿੱਥੇ ਉਹ ਚਿਖਾ ਰਚੀ ਹੋਈ ਅੰਗੀਠਾ ਰਚਿਆ ਹੋਇਆ ਤਖਤ ਸਾਹਿਬ ਵਾਲੇ, ਜਿੱਥੇ ਅੱਜ ਕੱਲ ਸ਼ਸਤਰਾਂ ਦਾ ਪ੍ਰਕਾਸ਼ ਹੈ, ਇਹ ਉਹੀ ਅਸਥਾਨ ਹੈ। ਉੱਥੇ ਕਲਗੀਧਰ ਪਾਤਸ਼ਾਹ ਜੀ ਗਏ। ਤਨ ਖੋ ਸਿਕੰਦ ਤੁਫੰਗ ਟਿਕਾਏ। ਮੋਢੇ ਉੱਤੇ ਗੁਰਦੇਵ ਦੇ ਧਨਖ ਹੈ। ਸਕੰਦ ਕਹਿੰਦੇ ਨੇ ਮੋਢੇ ਨੂੰ। ਮੋਢੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਨਖ ਸਜਾਇਆ ਹੋਇਆ। ਵਰਛੇ ਦਹਨ ਹਾਥ ਉਠਾਏ। ਔਰ ਸੱਜੇ ਹੱਥ ਵਿੱਚ ਮਹਾਰਾਜ ਜੀ ਨੇ ਬਰਛੀ ਫੜੀ ਹੋਈ ਹੈ। ਸ਼ਸਤਰ ਸਾਰੇ ਪਾਤਸ਼ਾਹ ਦੇ ਤਨ ਤੇ ਨੇ। ਇੱਕ ਹੱਥ 'ਚ ਬੰਦੂਕ ਹੈ, ਮੋਢੇ ਤੇ ਧਨਖ ਹੈ, ਤੀਰਾਂ ਦਾ ਪੱਥਾ ਹੈ, ਗਾਤਰੇ ਸ਼੍ਰੀ ਸਾਹਿਬ ਹੈ ਤੇ ਹੱਥ ਦੇ ਵਿੱਚ ਸੱਜੇ ਹੱਥ ਵਿੱਚ ਮਹਾਰਾਜ ਜੀ ਨੇ ਬਰਛੀ ਫੜੀ ਹੋਈ ਹੈ। ਪੇਸ਼ ਕਬਜ ਜਮਦਾੜ ਕੁਠਾਰਾ। ਔਰ ਕਮਰ ਕੱਸੇ ਦੇ ਵਿੱਚ ਮਹਾਰਾਜ ਜੀ ਦੇ ਪੇਸ਼ ਕਬਜ ਕਟਾਰ ਕੁਠਾਰ, ਜਿਵੇਂ ਕੁਹਾੜਾ ਹੁੰਦਾ ਨਾ ਤਬਰ ਟੈਪ, ਉਹ ਵੀ ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਵਿੱਚ ਸਜਾਇਆ ਹੋਇਆ ਹੈ। ਕਮਰ ਕਸੇ ਮਹਿ ਤਰੇ ਸੁਧਾਰਾ। ਪੇਸ਼ ਕਬਜ ਕੁਹਾੜਾ ਤੇ ਕਟਾਰ ਆਦਿਕ ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਵਿੱਚ ਧਾਰਨ ਕੀਤੇ ਹੋਏ ਨੇ। ਖੰਜਰ ਤਰਕਸ਼ ਖਰ ਸ਼ਮਸ਼ੇਰ। ਔਰ ਕਮਰ ਕੱਸੇ ਦੇ ਵਿੱਚ ਖੰਜਰ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ, ਬੜਾ ਸੁੰਦਰ ਬਿਛੂਆ ਧਾਰਨ ਕੀਤਾ ਹੋਇਆ ਹੈ। ਮੋਢੇ ਦੇ ਉੱਤੇ ਤੀਰਾਂ ਦਾ ਪੱਥਾ ਤੇ ਗਾਤਰੇ ਵਿੱਚ ਸ਼੍ਰੀ ਸਾਹਿਬ ਹੈ। ਰੂਪ ਬੀਰ ਰਸ ਕੇ ਸਮ ਸ਼ੇਰ। ਮਹਾਰਾਜ ਜੀ ਦਾ ਵੀਰ ਅਸੀਂ ਸਵਰੂਪ ਹੈ। ਇਸ ਵੇਲੇ ਸ਼ਸਤਰ ਧਾਰੀ ਤੇਜਸਵੀ ਰੂਪ ਕਲਗੀਧਰ ਦਾ। ਸਾਰੇ ਸਰੀਰ ਤੇ ਮਹਾਰਾਜ ਜੀ ਦੇ ਸ਼ਸਤਰ ਨੇ। ਦੁਬਾਰਾ ਵਰਣਨ ਕਰ ਲਈਏ। ਮੋਢੇ ਦੇ ਉੱਤੇ ਤੀਰ ਕਮਾਨ ਹੈ, ਹੱਥ ਵਿੱਚ ਸੱਜੇ 'ਚ ਬਰਛੀ ਹੈ, ਖੱਬੇ ਹੱਥ 'ਚ ਬੰਦੂਕ ਪਕੜੀ ਹੋਈ ਹੈ, ਗਾਤਰੇ ਵਿੱਚ ਸ਼੍ਰੀ ਸਾਹਿਬ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ, ਕਮਰ ਕੱਸੇ ਦੇ ਵਿੱਚ ਕਟਾਰ, ਛੋਟਾ ਕੁਹਾੜਾ ਜਿਹਨੂੰ ਤਬਰ ਵੀ ਕਹਿ ਦਿੰਦੇ ਨੇ, ਤੇ ਬਿਛੂਆ ਹੈ। ਇਸੇ ਤਰ੍ਹਾਂ ਖੰਜਰ ਹੈ। ਇਹ ਸ਼ਸਤਰ ਮਹਾਰਾਜ ਜੀ ਦੇ ਕਮਰ ਕੱਸੇ ਦੇ ਵਿੱਚ ਨੇ। ਸੀਸ ਉੱਤੇ ਸੁੰਦਰ ਦਸਤਾਰਾ ਹੈ, ਜਗ੍ਹਾ ਤੇ ਕਲਗੀ ਸ਼ੋਭਨੀਕ ਹੈ, ਨੇਤਰਾਂ ਵਿੱਚ ਅਤੀ ਕ੍ਰਾਂਤੀ ਤੇ ਲਾਲੀ ਹੈ, ਚਿਹਰੇ ਤੇ 4 ਗੁਣਾ ਵੱਧ ਪ੍ਰਕਾਸ਼ ਹੈ ਪਹਿਲੇ ਨਾਲੋਂ। ਇਹੋ ਜਿਹੇ ਸੋਹਣੇ ਸਰੂਪ ਵਿੱਚ, ਬੇਰਸੀ ਸਰੂਪ ਵਿੱਚ, ਮਾਨੋ ਜਿਵੇਂ ਕੋਈ ਸ਼ੇਰ ਹੀ ਹੋਵੇ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ। ਅਦਨ ਅਦੇਨ ਸੁਨੈਨ ਪ੍ਰਫੁੱਲੇ। ਚਿਹਰੇ ਦੇ ਉੱਤੇ ਖੇੜਾ ਹੈ ਸਤਿਗੁਰਾਂ ਦੇ। ਅਧੀਨ ਦਾ ਮਤਲਬ ਆ ਵੀ ਬਿਲਕੁਲ ਖਿੜਿਆ ਚਿਹਰਾ ਕਲਗੀਧਰ ਦਾ। ਔਰ ਨੇਤਰਾਂ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਨਾ, ਏਦਾਂ ਸਤਿਗੁਰੂ ਕਲਗੀਧਰ ਜੀ ਦੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਹੋਏ ਨੇ। ਜਿਗਾ ਦਮਕਤੇ ਕਲਗੇ ਝੂਲੇ। ਸੀਸ ਉੱਤੇ ਸੁੰਦਰ ਜਗ੍ਹਾ ਚਮਕਦੀ ਹੈ ਤੇ ਉੱਚੀ ਕਲਗੀ ਮਹਾਰਾਜ ਜੀ ਦੇ ਸੀਸ ਤੇ ਝੂਲ ਰਹੀ ਹੈ। ਤਿਸ ਛਿਨ ਬਦਨ ਚੰਦਰਮਾ ਓਰੇ। ਕਹਿੰਦੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖ ਮੰਡਲ ਕਹਿੰਦੇ ਮਾਨੋ ਏਦਾਂ ਜਾਪਦਾ ਜਿਵੇਂ ਚੰਦਰਮਾ ਹੋਵੇ, ਨਿਸ਼ਕਲੰਕ ਚੰਦਰਮਾ ਹੋਵੇ। ਲੋਚਨ ਸਬਨ ਚਕੋਰਨ ਜੋਰੇ। ਜਿਹੜੇ ਸਿੰਘ ਨੇ ਮਹਾਰਾਜ ਜੀ ਦੇ ਪਾਸ, ਉਹਨਾਂ ਨੇ ਆਪਣੀਆਂ ਅੱਖਾਂ ਚਕੋਰਾਂ ਬਣਾਈਆਂ ਹੋਈਆਂ ਨੇ, ਝਪਕਦੇ ਵੀ ਨਹੀਂ ਅੱਖਾਂ ਨੂੰ, ਵੀ ਇਹ ਤਾਂ ਹੁਣ ਕੀਮਤੀ ਤੇ ਦੁਰਲਭ ਦਰਸ਼ਨ ਨੇ
ਕਿਤੇ ਅੱਖ ਨੂੰ ਝਪਕਦੇ ਮਾਤਰ ਦਾ ਸਮਾਂ ਵੀ ਗੁਰੂ ਦਰਸ਼ਨਾਂ ਤੋਂ ਬਿਨਾਂ ਨਾ ਲੰਘ ਜਾਏ। ਏਦਾਂ ਨੇਤਰਾਂ ਨੂੰ ਚਕੋਰ ਬਣਾ ਕੇ ਦਰਸ਼ਨ ਕਰ ਰਹੇ ਨੇ। ਦਿਪਤ ਤੇਜ ਕੋ ਪਿਖ ਪਿਖ ਸਾਰੇ, ਸਤਿਗੁਰਾਂ ਦਾ ਮਹਾਨ ਤੇਜ, ਮਹਾਨ ਤੇਜ ਸਰੀਰ ਤੇ ਵੇਖ ਕਰਕੇ ਸਮ ਸੂਰਜ ਕੇ ਗੁਰੂ ਵਿਚਾਰੇ। ਏਦਾਂ ਜਾਪਦਾ ਮਾਨੋ ਜਿਵੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਚੜਿਆ ਹੋਵੇ ਸਾਹਿਬ ਦੇ ਸਰੂਪ ਵਿੱਚ। ਕਹਿੰਦੇ ਸੂਰਜ ਸਮਾਨ ਭਾਰੀ ਪ੍ਰਕਾਸ਼ ਗੁਰੂਦੇਵ ਦਾ ਵਿਚਾਰਿਆ। ਕਮਲ ਨੈਣ ਬਿਕਸਤ ਬਿਸਮਾਏ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ, ਏਦਾਂ ਕਲਗੀਧਰ ਦੇ ਦਰਸ਼ਨ ਕਰਕੇ ਸਿੱਖਾਂ ਦੇ ਸਿੰਘਾਂ ਦੇ ਨੇਤਰ ਕਮਲ ਖਿੜੇ ਹੋਏ ਨੇ। ਬਿਨਾ ਨਮੇਖਤ ਸੀ ਦਿਸ਼ ਲਾਏ, ਅੱਖਾਂ ਚਮਕਣ ਤੋਂ ਬਿਨਾਂ ਹੀ ਮਹਾਰਾਜ ਜੀ ਦੇ ਵਾਲੀ ਨੇਤਰ ਲਾਏ ਹੋਏ ਨੇ। ਅੱਖਾਂ ਨੂੰ ਫਰਕਾਉਂਦੇ ਵੀ ਨਹੀਂ, ਇੱਕ ਟਕੀ ਲਾ ਕੇ ਸਾਹਿਬ ਦੇ ਸਰੂਪ ਨੂੰ ਵੇਖਦੇ ਹਨ। ਗਨ ਚੰਦਨ ਅਗਰਾਦ ਕਨੇਰੇ, ਅੱਗੇ ਅਗਰ ਇੱਕ ਚੰਦਨ ਹੁੰਦਾ, ਇੱਕ ਅਗਰ ਵਗੈਰਾ, ਇਹ ਵੀ ਚੰਦਨ ਦੀ ਇੱਕ ਪ੍ਰਕਾਰ ਦੀ ਕਿਸਮ ਹੁੰਦੀ ਹੈ ਜਿਹਦੇ ਚੋਂ ਅਗਰਬੱਤੀਆਂ ਵਗੈਰਾ ਬਣਾਈਆਂ ਜਾਂਦੀਆਂ ਹਨ। ਕਹਿੰਦੇ ਅਗਰ ਆਦਿਕ ਚੰਦਨ ਆਦਿਕ ਜਿਹੜੀ ਲੱਕੜੀ ਹੈ ਉਹ ਚਿਖਾ ਵਿੱਚ ਅੰਗੀਠੇ ਵਿੱਚ ਹੈ। ਚਿਖਾ ਵਿਸਾਲ ਰਚੇ ਸਭ ਹੇਰੇ, ਔਰ ਵੱਡੀ ਚਿਖਾ ਜਿਹੜੀ ਹੈ ਉਹ ਰਚੀ ਹੈ, ਸਭ ਨੇ ਵੇਖੀ ਹੈ। ਪਏ ਅਰੋਧਨ ਗੁਰ ਭਗਵਾਨ, ਆਪਣੇ ਖਾਲਸੇ ਦੇ ਸਿੰਘਾਂ ਦੇ ਵੇਖਦਿਆਂ ਵੇਖਦਿਆਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਉਸ ਅੰਗੀਠੇ ਦੇ ਉੱਤੇ ਜਾ ਕੇ ਸਵਾਰ ਹੋਏ ਨੇ। ਚਾਹੋਂ ਦਿਸ਼ ਈਂਦਨ ਜਹਾਂ ਮਹਾਨ, ਜਿੱਥੇ ਅੰਗੀਠੇ ਦੇ ਵਿੱਚ ਚਾਰੇ ਪਾਸੇ ਬਾਲਣ ਹੈ, ਈਂਧਣ ਹੈ। ਸਿੱਖਨ ਕੋ ਆਏ ਸਤਬ ਦੀਨ, ਅੰਗੀਠੇ ਦੇ ਉੱਤੇ ਬੈਠ ਕੇ ਗੁਰਦੇਵ ਨੇ ਇਸ਼ਾਰਾ ਕੀਤਾ, ਸਿੰਘਾਂ ਨੂੰ ਆਗਿਆ ਕੀਤੀ। ਸਭ ਦੇਸ਼ਨ ਕੋ ਰੁਖ ਸਦਕੀਨ, ਕਹਿ ਦਿੱਤਾ ਭਾਈ ਜਿਹੜੇ ਜਿਹੜੇ ਜਿਸ ਜਿਸ ਦੇਸ਼ ਚੋਂ ਆਏ ਨੇ ਸਭ ਚਲੇ ਜਾਓ। ਮਹਾਰਾਜ ਜੀ ਦਾ ਹੁਕਮ ਹੋ ਗਿਆ ਕਿ ਸਿੰਘ ਕਿਉਂਕਿ ਬਹੁਤ ਥਾਵਾਂ ਤੋਂ ਸਤਿਗੁਰਾਂ ਕੋਲ ਆਏ ਸਨ, ਆਖਿਆ ਜਿਹੜੇ ਜਿਹੜੇ ਜਿੱਥੋਂ ਜਿੱਥੋਂ ਆਏ ਨੇ ਸਾਰੇ ਚਲੇ ਜਾਓ। ਇੱਕ ਸੰਤੋਖ ਸਿੰਘ ਜੁਤ ਰਹਿਤ, ਔਰ ਬਚਨ ਕੀਤਾ ਕਿ ਇੱਕ ਭਾਈ ਸੰਤੋਖ ਸਿੰਘ ਜੀ ਦੇ ਨਾਮ ਦੇ ਮਹਾਰਾਜ ਜੀ ਦੇ ਪਿਆਰੇ ਸਿੰਘ ਸੀ, ਬੜੀ ਰਹਿਣੀ ਬਹਿਣੀ ਚ ਪੱਕੇ ਸਨ, ਰਹਿਤ ਬਹਿਤ ਦੇ ਧਾਰਨੀ ਸਨ। ਤਿਸ ਸੰਗ ਬੋਲੇ ਕਰੁਣਾ ਸਹਿਤ, ਕਰੁਣਾ ਦੇ ਘਰ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਭਾਈ ਸੰਤੋਖ ਸਿੰਘ ਜੀ ਨੂੰ ਕਹਿਣ ਲੱਗੇ, ਇਸ ਥਲ ਰਹੋ ਦੇਗ ਬਰਤਾਵੋ। ਆਖਿਆ ਸੰਤੋਖ ਸਿੰਘ ਜੀ ਤੁਹਾਨੂੰ ਅਸੀਂ ਆਪਣੇ ਇਸ ਸਥਾਨ ਦੇ ਪੁਜਾਰੀ ਥਾਪ ਕੇ ਚੱਲੇ ਹਾਂ। ਤੁਸੀਂ ਇੱਥੋਂ ਦੇ ਜਥੇਦਾਰ ਹੋਵੋਗੇ, ਪੁਜਾਰੀ ਸਿੰਘ ਹੋਵੋਗੇ। ਇੱਥੇ ਰਹਿ ਕੇ ਤੁਸੀਂ ਲੰਗਰ ਚਲਾਉਣੇ ਹਨ, ਗੁਰੂ ਕਾ ਲੰਗਰ ਅਤੁੱਟ ਇੱਥੇ ਵਰਤਾਉਣਾ ਹੈ। ਸ਼ਰਦਾ ਜੁਤ ਸੋ ਸਿੰਘ ਟਿਕਾਵੋ, ਔਰ ਜਿਹੜੇ ਸ਼ਰਧਾਲੂ ਸਿੰਘ ਇੱਥੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਨਾਲ ਇੱਥੇ ਟਿਕਾਉਣਾ ਹੈ। ਜੇ ਕੋਈ ਆਉਂਦੇ ਜਾਂਦੇ ਸਿੰਘ ਆਉਣ ਉਹਨਾਂ ਦਾ ਇੱਥੇ ਟਿਕਾਣਾ ਬਣਾਉਣਾ ਹੈ। ਦਰਬ ਅਸੰਖ ਇਹਾਂ ਜੋ ਆਏ, ਇੱਥੇ ਮਾਇਆ ਦੀ ਕਮੀ ਨਹੀਂ ਰਹਿਣੀ ਸੰਤੋਖ ਸਿੰਘ ਜੀ, ਅਣਗਿਣਤ ਮਾਇਆ ਦੇ ਗੱਫੇ ਇੱਥੇ ਆਉਣਗੇ। ਤਿਸ ਤੇ ਨਹ ਮੰਦਰ ਚਨਵਾਏ, ਪਰ ਇੱਕ ਗੱਲ ਯਾਦ ਰੱਖਿਓ ਸੰਤੋਖ ਸਿੰਘ ਜੀ, ਜਿਹੜੀ ਮਾਇਆ ਆਵੇਗੀ ਨਾ ਉਸ ਮਾਇਆ ਨਾਲ ਸਾਡਾ ਇੱਥੇ ਮੰਦਰ ਨਹੀਂ ਬਣਾਉਣਾ। ਪਾਤਸ਼ਾਹ ਨੇ ਆਖਿਆ ਵੀ ਸਾਡਾ ਇੱਥੇ ਮੰਦਰ ਨਹੀਂ। ਇਹ ਵੀ ਇੱਕ ਗੁਰਦੇਵ ਦੀ ਕਸਵੱਟੀ ਸੀ ਜਿਹੜੀ ਮਹਾਰਾਜ ਜੀ ਨੇ ਲਾਈ ਆਪਣੇ ਖਾਲਸੇ ਤੇ। ਆਖਿਆ ਇੱਥੇ ਸਾਡਾ ਦਰਬਾਰ ਨਾ ਬਣਾਇਓ, ਸਾਡਾ ਮੰਦਰ ਨਾ ਬਣਾਇਓ, ਜਿਹੜੀ ਮਾਇਆ ਆਵੇਗੀ ਸਗਲ ਦੇਗ ਪਰ ਦੇਹੋ ਲਗਾਏ। ਜਿੰਨੀ ਮਾਇਆ ਆਵੇ ਉਹ ਸਾਰੀ ਲੰਗਰ ਤੇ ਖਰਚਣੀਆਂ, ਲੰਗਰ ਹੀ ਲਾਉਣੇ ਆ। ਸਾਡਾ ਮੰਦਰ ਨਹੀਂ ਬਣਾਉਣਾ, ਇਸ ਅੰਗੀਠੇ ਵਾਲੀ ਜਗ੍ਹਾ ਤੇ ਸਾਡਾ ਸਥਾਨ ਨਾ ਬਣਾਇਓ। ਸੰਕੇਤ ਸੀ ਕਿ ਕੋਈ ਗੁਰੂ ਕਾ ਸਿੱਖ ਆਵੇਗਾ ਜਿਹੜਾ ਕਸਵੱਟੀ ਤੇ ਖਰਾ ਉਤਰੇਗਾ। ਔਰ ਨਾਲ ਇਹ ਵੀ ਸੰਕੇਤ ਸੀ ਕਿ ਖਾਲਸੇ ਰਾਜ ਦੀ ਸਥਾਪਤੀ ਤੋਂ ਬਾਅਦ ਜਿਹੜਾ ਖਾਲਸੇ ਰਾਜ ਦਾ ਆਪਣਾ ਧਨ ਹੋਵੇਗਾ ਉਸ ਧਨ ਨਾਲ ਇੱਥੇ ਮੰਦਰ ਬਣਨਾ, ਅਸਥਾਨ ਬਣਨਾ। ਕਿਉਂਕਿ ਰਾਜ ਕਰੇਗਾ ਖਾਲਸੇ ਦਾ ਸਿਧਾਂਤ ਜੋ ਮਹਾਰਾਜ ਜੀ ਨੇ ਆਪਣੇ ਸਿੰਘਾਂ ਨੂੰ ਦਿੱਤਾ। ਸਤਿਗੁਰੂ ਜਾਣਦੇ ਸਨ ਵੀ ਆਉਣ ਵਾਲੇ ਸਮੇਂ 'ਚ ਸਫਲਾ ਹੋਣਾ। ਗਰੀਬ ਨਵਾਜ ਜੀ ਕਹਿੰਦੇ ਸੰਤੋਖ ਸਿੰਘ ਜਿਹੜੀ ਮਾਇਆ ਆਵੇ ਉਹਦੇ ਨਾਲ ਸਾਡਾ ਮੰਦਰ ਨਹੀਂ ਬਣਾਉਣਾ।
ਉਸ ਸਾਰੀ ਮਾਇਆ ਦੇ ਨਾਲ ਲੰਗਰ ਚਲਾਉਣੇ ਹਨ। ਜਿੰਨੀ ਮਾਇਆ ਆਵੇ ਖੁੱਲੇ ਲੰਗਰ ਚਲਾ ਦੇਣੇ ਹਨ। ਪੰਚਾਮ੍ਰਿਤ ਆਦਿਕ ਕਰਵਾਏ। ਔਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਉਹ ਨਿਤਾ ਪ੍ਰਤੀ ਇੱਥੇ ਕਰਾਉਣੀਆਂ ਹਨ। ਚਿਨਹ ਮਹਿਲ ਤਿਸ ਕੁਲ ਗਲ ਜਾਏ। ਜਿਹੜਾ ਇੱਥੇ ਸਾਡਾ ਮਹਿਲ ਬਣਾਵੇਗਾ, ਮੰਦਿਰ ਬਣਾਵੇਗਾ, ਉਹਦੀ ਕੁਲ ਨਸ਼ਟ ਹੋ ਜਾਏਗੀ, ਉਹਦੀ ਕੁਲ ਨਾਸ ਹੋ ਜਾਏਗੀ। ਜਾਂ ਤੇ ਕਹੀ ਨਹੀਂ ਬਿਸਰਾਏ। ਇਸ ਕਰਕੇ ਸਾਡੀ ਇਸ ਕਹੀ ਹੋਈ ਬਾਤ ਨੂੰ ਭੁਲਾਇਓ ਨਾ। ਸਮਾਂ ਬੀਤਦਾ ਚਲਾ ਗਿਆ। ਤਖਤ ਸਾਹਿਬ ਵਾਲੇ ਸਥਾਨ ਤੇ ਨਾਂਦੇੜ ਵਿਖੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਖਾਲਸਾ ਰਾਜ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਹੈਦਰਾਬਾਦ ਦੇ ਨਿਜ਼ਾਮ ਦੀ ਮਦਦ ਵਾਸਤੇ ਹੈਦਰਾਬਾਦ ਕੁਝ ਫੌਜਾਂ ਸਿੰਘਾਂ ਦੇ ਜਥੇ ਭੇਜੇ, ਜਿਨ੍ਹਾਂ ਦੇ ਪਰਿਵਾਰ ਅੱਜ ਵੀ ਹੈਦਰਾਬਾਦ ਵਿਖੇ ਰਹਿੰਦੇ ਹਨ। ਨਿਜ਼ਾਮ ਨੇ ਆਖਿਆ ਕਿ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਆਪਣੀ ਕੁੱਲ ਨਹੀਂ ਰੱਖੀ, ਆਪਣੀ ਕੁੱਲ ਤੁਹਾਡੇ ਤੋਂ ਕੁਰਬਾਨ ਕਰ ਦਿੱਤੀ, ਵੀ ਤੁਹਾਡੇ ਚੋਂ ਐਸਾ ਕੋਈ ਸਿੰਘ ਵੀ ਨਹੀਂ ਜਿਹੜਾ ਆਪਣੀ ਕੁੱਲ ਗਵਾ ਕੇ ਆਪਣੇ ਗੁਰੂ ਦਾ ਸਥਾਨ ਬਣਾ ਸਕੇ। ਐਸਾ ਕੋਈ ਵੀ ਨਹੀਂ। ਇਹ ਗੱਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗੀ ਤਾਂ ਉਸੇ ਵਕਤ ਪੰਜਾਬ ਤੋਂ ਸਿੰਘ ਭੇਜੇ, ਫੌਜਾਂ ਭੇਜੀਆਂ, ਮਾਇਆ ਦੇ ਗੱਫੇ ਖੁੱਲੇ ਭੇਜੇ ਔਰ ਤਖਤ ਸਾਹਿਬ ਦੇ ਪਾਵਨ ਸਥਾਨ ਦੀ ਕਾਰ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਾਰੰਭ ਕਰਵਾਈ। ਅੱਜ ਜਿਹੜੇ ਤਖਤ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ, ਇਹ ਸਾਰੇ ਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਹੋਈ ਹੈ। ਸ਼ੇਰੇ ਪੰਜਾਬ ਜੀ ਦਾ ਫੁਰਨਾ ਸੀ ਕਿ ਇਸ ਪਾਵਨ ਤਖਤ ਸਾਹਿਬ ਦੀ ਇਮਾਰਤ ਨੂੰ ਤਕਰੀਬਨ 10 ਮੰਜ਼ਲਾਂ ਤੱਕ ਉੱਪਰ ਤੱਕ ਲੈ ਕੇ ਜਾਇਆ ਜਾਵੇ, ਪਰ ਤਕਰੀਬਨ 2 ਮੰਜ਼ਲਾਂ ਹੀ ਤਿਆਰ ਹੋਈਆਂ ਸਨ। ਤੋਂ ਸ਼ੇਰੇ ਪੰਜਾਬ ਜੀ ਨੂੰ ਆਪਣਾ ਸਰੀਰ ਤਿਆਗ ਕਰਕੇ ਸੱਚਖੰਡ ਜਾਣਾ ਪੈ ਗਿਆ। ਜਿਹੜੇ ਸਿੰਘ ਉਸ ਵੇਲੇ ਤਖਤ ਸਾਹਿਬ ਦੀ ਸੇਵਾ ਲਈ ਭੇਜੇ ਗਏ, ਉਹਨਾਂ ਸਿੰਘਾਂ ਦੇ ਪਰਿਵਾਰ ਮੁੜ ਕੇ ਉੱਥੇ ਹੀ ਵਸ ਗਏ, ਉੱਥੇ ਉਹਨਾਂ ਦੀਆਂ ਸ਼ਾਦੀਆਂ ਹੋਈਆਂ। ਹੁਣ ਉਹ ਤਕਰੀਬਨ ਜਿਹੜੇ ਨਾਂਦੇੜ ਦੀ ਧਰਤੀ ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਸਿੰਘ ਰਹਿੰਦੇ ਹੈ, ਉਹਨਾਂ ਦਾ ਪਿਛੋਕੜ ਵੀ ਪਿੱਛੋਂ ਪੰਜਾਬ ਚੋਂ ਹੈ। ਤੋ ਇਹ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ, ਇਹਦੇ ਵਿੱਚ ਵੱਡੀ ਭਾਰੀ ਰਮਜ ਸੀ, ਜਿਹੜੀ ਸਮੇਂ ਦੇ ਨਾਲ ਗੁਰੂ ਕੇ ਸਿੱਖਾਂ ਨੇ ਸਮਝੀ ਹੈ ਕਿ ਖਾਲਸਾ ਰਾਜ ਕਾਇਮ ਹੋਵੇਗਾ ਤੇ ਖਾਲਸੇ ਰਾਜ ਦੀ ਮਾਇਆ ਦੇ ਨਾਲ ਸਾਡੇ ਸਥਾਨ ਦੀ ਸੇਵਾ ਹੋਵੇਗੀ ਸੱਚਖੰਡ ਦੀ। ਇਹਦੇ ਵਿੱਚ ਬੜੀ ਗੁੱਝੀ ਭੇਦ ਤੇ ਰਮਜ ਦੀ ਖੇਡ ਸੀ, ਜਿਹੜੀ ਸਮੇਂ ਦੇ ਨਾਲ ਪ੍ਰਗਟ ਹੋਈ। ਜਥੇਦਾਰ ਸੰਤੋਖ ਸਿੰਘ ਹੋਣਾ ਨੂੰ ਬਚਨ ਕੀਤਾ ਕਿ ਤੁਸੀਂ ਇਸ ਸਥਾਨ ਦੇ ਪੁਜਾਰੀ ਹੋ, ਤੁਸੀਂ ਸੇਵਾ ਸੰਭਾਲਣੀ ਹੈ। ਇੱਥੇ ਜਿਹੜੀ ਮਾਇਆ ਆਵੇਗੀ ਉਹਦੇ ਨਾਲ ਮੰਦਰ ਨਹੀਂ ਬਣਾਉਣਾ, ਜਿੰਨੀ ਮਾਇਆ ਆਵੇਗੀ ਉਹਦੇ ਨਾਲ ਲੰਗਰ ਲਾਉਣੇ ਹਨ। ਹਾਂਜੀ। ਤਬ ਸੰਤੋਖ ਸਿੰਘ ਕਰ ਜੋਰੇ। ਭਾਈ ਸੰਤੋਖ ਸਿੰਘ ਜੀ ਨੇ ਹੱਥ ਜੋੜੇ। ਖਾਲਸਾ ਜੀ, ਕਿੰਨਾ ਸਮਾਂ ਤਾਂ ਬਾਅਦ ਵਿੱਚ ਤੁਰਕਾਂ ਨਾਲ ਲੜਾਈ ਹੁੰਦੀ ਰਹੀ ਸਿੰਘਾਂ ਦੀ। ਉਹ ਹਮਲਾਵਰ ਹੋ ਕੇ ਚੜਾਉਂਦੇ, ਕਹਿੰਦੇ ਸਾਡੀ ਜਗ੍ਹਾ ਹੈ। ਹਾਲਾਂਕਿ ਗੁਰੂ ਸਾਹਿਬ ਨੇ ਖਰੀਦ ਲਈ ਸੀ। ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਬੜੀਆਂ ਸ਼ਹੀਦੀਆਂ ਬਾਅਦ ਵਿੱਚ ਵੀ ਹੁੰਦੀਆਂ ਰਹੀਆਂ। ਬੜੇ ਬੜੇ ਸਿੰਘ, ਮਹਾਕਾਲ ਸਿੰਘ ਜੀ ਵਰਗੇ, ਬਾਬਾ ਭੁਜੰਗ ਸਿੰਘ ਜੀ ਵਰਗੇ, ਜਿਨ੍ਹਾਂ ਦੇ ਉਹਨਾਂ ਤੇ ਸ਼ਹੀਦੀ ਅਸਥਾਨ ਬਕਾਇਦਾ ਅੱਜ ਵੀ ਉੱਥੇ ਹਨ, ਉਹ ਸਿੰਘ ਉਹਨਾਂ ਦੇ ਨਾਲ ਤਖਤ ਸਾਹਿਬ ਦੀ ਰਾਖੀ ਵਾਸਤੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਫਿਰ ਸਮਾਂ ਬੀਤਿਆ, ਕਰਵਟ ਨੇ ਸਮੇਂ ਨੇ ਕਰਵਟ ਲਈ। ਉਹ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਤੋਂ ਫਿਰ ਖਾਲਸੇ ਦਾ ਰਾਜ ਹੋਇਆ ਤੇ ਸਥਾਨ ਦੀ ਸੇਵਾ ਜਿਹੜੀ ਸੀ ਉਹ ਪ੍ਰਗਟ ਹੋਈ। ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਕਹਿਣ ਲੱਗੇ ਹੱਥ ਜੋੜ ਕੇ ਸਤਿਗੁਰਾਂ ਨੂੰ, ਸਿੱਖ ਸੰਗਤ ਨਾਹਿਨ ਇਤ ਓਰੇ। ਭਾਈ ਸੰਤੋਖ ਸਿੰਘ ਨੇ ਆਖਿਆ, ਮਹਾਰਾਜ ਇੱਥੇ ਸਿੱਖ ਸੰਗਤਾਂ ਤਾਂ ਹੈਣ ਨਹੀਂ। ਇਸ ਜਗ੍ਹਾ ਤੇ ਸਿੱਖ ਸੰਗਤ ਬਹੁਤ ਘੱਟ, ਜਿਹੜੇ ਸਿੰਘ ਆਏ ਨੇ ਉਹ ਵੀ ਪੰਜਾਬ ਚੋਂ ਹੀ ਆਏ ਸਨ ਸਤਿਗੁਰਾਂ ਦੇ ਨਾਲ। ਮਹਾਰਾਜ ਜੀ, ਇਸ ਨਗਰ ਵਿੱਚ, ਸ਼ਹਿਰ ਵਿੱਚ ਸਿੱਖ ਸੰਗਤ ਨਹੀਂ ਹੈ। ਕਿਸ ਤੇ ਲੈ ਤਨ ਦੇਗ ਚਲਾਵੇ। ਮਹਾਰਾਜ, ਮੈਂ ਮਾਇਆ ਕਿਹਦੇ ਕੋਲੋਂ ਲੈ ਕੇ ਲੰਗਰ ਚਲਾਵਾਂਗਾ? ਲੰਗਰ ਚਲਾਉਣ ਲਈ ਤਾਂ ਮਾਇਆ ਦੇ ਗੱਫੇ ਚਾਹੀਦੇ ਨੇ,
ਤੇ ਜੇ ਸੰਗਤ ਹੀ ਨਹੀਂ ਹੋਏਗੀ ਤੇ ਮੈਂ ਮਾਇਆ ਕਿਸ ਕੋਲੋਂ ਲੈ ਕੇ ਲੰਗਰ ਚਲਾਵਾਂਗਾ। ਰਹਿ ਸਿੰਘ ਸੋ ਕਿਸ ਤੇ ਖਾਵੈ। ਜਿਹੜੇ ਸਿੰਘ ਇੱਥੇ ਰਹਿਣਗੇ ਮਹਾਰਾਜ ਉਹ ਕਿੱਥੋਂ ਛਕਣਗੇ ਭੋਜਨ, ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਕਿਵੇਂ ਹੋਵੇਗਾ। ਸ਼੍ਰੀ ਮੁਖ ਤੇ ਤਬ ਧੀਰਜ ਦੀਨ। ਸੁਣ ਕੇ ਕਲਗੀਧਰ ਜੀ ਨੇ ਧੀਰਜ ਦੇਂਦਿਆਂ ਬਚਨ ਕਹੇ, ਦੇਸ਼ ਨ ਰਹਿ ਸਿੰਘ ਤੇ ਹੀਨ। ਮਹਾਰਾਜ ਜੀ ਕਹਿੰਦੇ ਸੰਤੋਖ ਸਿੰਘ ਜੀ ਇਹ ਦੇਸ਼ ਵੀ ਸਿੰਘਾਂ ਤੋਂ ਵਿਹੂਣਾ ਨਹੀਂ ਰਹੇਗਾ, ਇੱਥੇ ਵੀ ਬੜੇ ਪਿਆਰੇ ਸਿੰਘ ਹੋਣਗੇ ਸਾਡੇ। ਇਹ ਦੇਸ਼ ਵੀ ਸਿੰਘਾਂ ਤੋਂ ਹੀਣਾ ਨਹੀਂ ਰਹੇਗਾ। ਇਕ ਦੋਏ ਬ੍ਰਿੰਦਕ ਇਹਾ ਬਨੇ ਹੈ। ਕਹਿੰਦੇ ਇੱਕ ਦੋ ਬ੍ਰਿੰਦਕ, ਇੱਕ ਤੋਂ ਦੋ ਹੁੰਦੇ ਹੁੰਦੇ ਕਹਿੰਦੇ ਅਨੇਕਾਂ ਸਿੰਘ ਇੱਥੇ ਬਣਨਗੇ, ਤਿਆਰ ਹੋਣਗੇ। ਜੇ ਸੰਪੂਰਨ ਦੇਗ ਚੱਲੈ ਹੈ। ਜੇ ਸੰਪੂਰਨ ਦੇਗ ਜਿਹੜੀ ਆ ਉਹ ਚੱਲੇਗੀ। ਕਰਹੁ ਪਕਾਵਨ ਦਿਹੁ ਵਰਤਾਏ। ਤੁਸੀਂ ਦੇਗ ਚਲਾਉਣੀ ਹੈ ਔਰ ਲੰਗਰ ਵਰਤਾਉਣਾ ਹੈ। ਇਹ ਬਚਨ ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਜੀ ਪੁਜਾਰੀ ਸਿੰਘ ਨੂੰ ਹੁਕਮ ਕਰਕੇ ਕਿਹਾ। ਇਹ ਬਚਨ ਇਤਿਹਾਸ ਨੇ ਫਿਰ ਦੁਹਰਾਇਆ। ਜਦੋਂ ਬਾਬਾ ਨਿਧਾਨ ਸਿੰਘ ਜੀ ਜੋ ਜਲ ਦੀ ਸੇਵਾ ਪਹਿਲੋਂ ਕਰਿਆ ਕਰਦੇ ਤਖਤ ਸਾਹਿਬ ਦੇ ਨੇੜੇ, ਇੱਕ ਦਿਨ ਵਾਪਸ ਆਉਣ ਲੱਗੇ, ਟ੍ਰੇਨ ਦੇ ਇੰਤਜ਼ਾਰ ਵਿੱਚ ਸਨ। ਕਲਗੀਧਰ ਸਾਹਿਬ ਜੀ ਨੇ ਦਰਸ਼ਨ ਦਿੱਤੇ। ਆਖਿਆ ਨਿਧਾਨ ਸਿੰਘ ਜੀ ਤੁਸੀਂ ਵਾਪਸ ਚੱਲਿਓ, ਤੁਹਾਡੀ ਤਾਂ ਇੱਥੇ ਸੇਵਾ ਲਾਉਣੀ ਆ, ਅਸੀਂ ਲੰਗਰ ਚਲਾਓ। ਆਖਿਆ ਮਹਾਰਾਜ ਲੰਗਰਾਂ ਵਾਸਤੇ ਮਾਇਆ ਦੇ ਗੱਫੇ ਉਹ ਚਾਹੀਦੇ ਹਨ। ਗੁਰਦੇਵ ਨੇ ਬਚਨ ਕੀਤਾ, ਖੀਸਾ ਮੇਰਾ ਹੱਥ ਤੇਰਾ। ਲੰਗਰ ਚਲਾਓ। ਉਸ ਸਥਾਨ ਤੇ ਜਿੱਥੇ ਉਹਨਾਂ ਨੇ ਲੰਗਰ ਦੀ ਸੇਵਾ ਪ੍ਰਾਰੰਭ ਕੀਤੀ ਉਹਦਾ ਨਾਮ ਹੀ ਗੁਰਦੁਆਰਾ ਲੰਗਰ ਸਾਹਿਬ ਹੈ। ਤੇ ਅੱਜ ਜਾ ਕੇ ਆਪ ਜੀ ਦਰਸ਼ਨ ਕਰਦੇ ਹੋ, ਸੈਂਕੜੇ ਪ੍ਰਾਣੀ ਉਹਨਾਂ ਲੰਗਰਾਂ ਦੇ ਵਿੱਚੋਂ ਲੰਗਰ ਛਕਦੇ ਹਨ। ਤਖਤ ਸਾਹਿਬ ਦੇ ਲੰਗਰਾਂ ਦੇ ਉੱਤੇ ਜਿਹੜੀ ਗੁਰੂ ਕਲਗੀਧਰ ਜੀ ਨੇ ਸੰਤੋਖ ਸਿੰਘ ਹੋਣਾ ਦੀ ਡਿਊਟੀ ਲਾਈ ਸੀ, ਲੰਗਰ ਚਲਾਓ, ਉੱਥੇ ਵੀ ਲੰਗਰ ਦੀ ਪ੍ਰਥਾ ਉਸੇ ਤਰ੍ਹਾਂ ਨਿਰਵਿਘਨ ਨਿਰੰਤਰ ਲਗਾਤਾਰ ਅੱਜ ਤੱਕ ਚਲਦੀ ਆ ਰਹੀ ਹੈ। ਔਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਖਜ਼ਾਨੇ ਸਦਾ ਹੀ ਬਰਕਤਾਂ ਨਾਲ ਭਰੇ ਨੇ। ਉਹ ਆਉਣ ਵਾਲੇ ਸਮੇਂ ਵਿੱਚ ਜੁਗਾਂ ਜੁਗਾਂਤਰਾਂ ਤੱਕ ਚੱਲਦੇ ਰਹਿਣਗੇ। ਹਾਂਜੀ। ਧਨ ਕੇ ਚਿੰਤ ਨ ਕਰੀਐ ਕਾਏ। ਮਹਾਰਾਜ ਜੀ ਆਖਿਆ ਸੰਤੋਖ ਸਿੰਘ ਜੀ ਮਾਇਆ ਦੀ ਚਿੰਤਾ ਨਾ ਕਰਿਓ, ਧਨ ਦੀ ਚਿੰਤਾ ਨਾ ਕਰਿਓ। ਇਮ ਸੁਨ ਸਭ ਹਨ ਸ਼ੇਸ ਨਿਵਾਏ। ਇੱਥੇ ਮਾਇਆ ਦੇ ਖੁੱਲੇ ਗੱਫੇ ਆ ਜਾਇਆ ਕਰਨਗੇ। ਲੰਗਰ ਚਲਾਓਗੇ ਕੋਈ ਕਮੀ ਨਹੀਂ ਰਹੇਗੀ। ਜਦੋਂ ਲੰਗਰ ਚਲਾਓਗੇ ਕਮੀ ਰਹੇਗੀ ਨਹੀਂ। ਖਾਲਸਾ ਜੀ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਲੰਗਰ ਲਾਉਂਦੇ ਹਨ ਉਹਨਾਂ ਦਾ ਅਨੁਭਵ ਸੁਣੀਏ। ਉਹ ਕਹਿੰਦੇ ਭਾਈ ਅਸੀਂ ਜਦੋਂ ਸ਼ੁਰੂਆਤ ਕਰਦੇ ਹਾਂ ਥੋੜੀ ਜਿਹੀ ਮਾਇਆ ਇਕੱਤਰ ਕਰਕੇ ਲੰਗਰ ਲਾਉਂਦੇ ਆ, ਫਿਰ ਉਹ ਲਗਾਤਾਰ ਨਿਰੰਤਰ ਚੱਲਦੇ ਰਹਿੰਦੇ ਆ। ਪਤਾ ਨਹੀਂ ਕਿੱਥੋਂ ਰਸਤਾ ਬਸਤਾਂ ਆਉਂਦੀਆਂ ਨੇ। ਛਕਣ ਵਾਲੇ ਵੀ ਸੈਂਕੜੇ ਆਈ ਜਾਂਦੇ ਆ, ਦੇਣ ਵਾਲੇ ਵੀ ਸੈਂਕੜੇ ਆਈ ਜਾਂਦੇ ਆ, ਕਮੀ ਨਹੀਂ ਰਹਿੰਦੀ। ਇਹ ਬਰਕਤਾਂ ਗੁਰੂ ਨਾਨਕ ਸਾਹਿਬ ਦੇ ਲੰਗਰਾਂ ਦੀਆਂ ਹਨ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਮਾਇਆ ਦੀ ਨਹੀਂ ਕਮੀ ਰਹਿਣ ਲੱਗੀ ਸੰਤੋਖ ਸਿੰਘ ਜੀ, ਤੁਸੀਂ ਇੱਥੇ ਲੰਗਰ ਚਲਾਓ। ਔਰ ਇਹ ਬਚਨ ਮਹਾਰਾਜ ਕਲਗੀਧਰ ਜੀ ਨੇ ਕਹੇ, ਸਾਰਿਆਂ ਨੇ ਸੁਣੇ ਤੇ ਸੀਸ ਝੁਕਾਇਆ। ਇਮ ਸੁਨ ਸਭ ਹਨ ਸ਼ੇਸ ਨਿਵਾਏ। ਸਾਰੇ ਸਿੰਘਾਂ ਨੇ ਭਾਈ ਸੰਤੋਖ ਸਿੰਘ ਜੀ ਦੇ ਸਮੇਤ ਕਲਗੀਧਰ ਜੀ ਦੇ ਚਰਨਾਂ 'ਚ ਸੀਸ ਨਿਵਾਇਆ। ਦਏ ਪ੍ਰਦਛਨਾ ਥਿਰ ਚੌਂਕਾਏ। ਇਹ ਬਚਨ ਅੰਗੀਠੇ ਤੇ ਮਹਾਰਾਜ ਜੀ ਬੈਠੇ ਹੋਏ ਸਨ ਜਦੋਂ ਕਹੇ, ਤੇ ਪਾਤਸ਼ਾਹ ਬਚਨ ਕਰਕੇ ਅਡੋਲ ਹੋ ਕੇ ਬਹਿ ਗਏ। ਇਸ਼ਾਰਾ ਹੋਇਆ ਅਗਨ ਭੇਟ ਕਰਨ ਦਾ। ਸਿੰਘਾਂ ਨੇ ਪਰਿਕਰਮਾ ਕੀਤੀ। ਜਵਲਤ ਹੋਤਾ ਸਨ ਕੀਨ ਬਿਸਾਲਾ। ਔਰ ਪਰਿਕਰਮਾ ਕਰਕੇ ਪਾਤਸ਼ਾਹ ਦੇ ਅੰਗੀਠੇ ਨੂੰ ਅਗਨ ਭੇਟ ਕੀਤਾ। ਨਿਕਸੇ ਵਹਿਰ ਸਕਲ ਤਤਕਾਲਾ। ਉੱਥੇ ਹੀ ਨਮਸਕਾਰ ਕਰਕੇ ਛੇਤੀ ਨਾਲ ਬਾਹਰ ਨੂੰ, ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਸੀ ਨਾ, ਗੁਰਦੇਵ ਦੇ ਹੁਕਮ ਦੀ ਪਾਲਣਾ ਕਰਕੇ ਸਿੰਘ ਬਾਹਰ ਨੂੰ ਆ ਗਏ। ਜਬ ਹੈ ਕਨਾਤ ਪੌਰ ਤਜ ਆਏ। ਜਦੋਂ ਸਿੰਘ ਕਨਾਤ ਦਾ ਜਿਹੜਾ ਦਰਵਾਜ਼ਾ ਸੀ ਨਾ ਬਾਹਰ ਅੰਦਰ ਜਾਣ ਦਾ, ਉਹ ਦਰਵਾਜ਼ਾ ਛੱਡ ਕੇ ਜਦੋਂ ਸਿੰਘ ਬਾਹਰ ਨੂੰ ਆਏ, ਸ਼ਬਦ ਸਰੌਨ ਮਹਿ ਤਬ ਸੁਨ ਪਾਏ। ਜਦੋਂ ਕਨਾਤ ਦੇ ਦਰਵਾਜ਼ੇ ਚੋਂ ਸਿੰਘ ਬਾਹਰ ਆ ਰਹੇ ਸਨ ਤੇ ਸਿੰਘਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਉਹ ਆਵਾਜ਼ ਸਾਡੇ ਸਾਰਿਆਂ ਦੇ ਕੰਨਾਂ ਵਿੱਚ ਕਲਗੀਧਰ ਦੀ ਗੂੰਜ ਰਹੀ ਹੈ।
ਵਾਹਿਗੁਰੂ ਜੀ ਕੀ ਬਹੁ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਵਾਜ਼ ਕੰਨੀ ਪਈ ਸਿੰਘਾਂ ਦੇ, ਬਾਰ-ਬਾਰ ਮੁਖੋਂ ਫਤਿਹ ਬੁਲਾ ਰਹੇ ਨੇ ਤੇ ਬਾਰ-ਬਾਰ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਦੀ ਆਵਾਜ਼ ਬਾਰ-ਬਾਰ ਸਿੰਘਾਂ ਦੇ ਕੰਨਾਂ 'ਚ ਪੈ ਰਹੀ ਹੈ ਤੇ ਕਲਗੀਧਰ ਪਾਤਸ਼ਾਹ ਜੀ ਦੀ ਆਵਾਜ਼ ਵਿੱਚ ਫਤਿਹ ਸੁਣਾਈ ਦੇ ਰਹੀ ਹੈ। ਬਾਰ ਬਾਰ ਬੋਲਤ ਸੁਖ ਮਤੇ। ਮਹਾਰਾਜ ਜੀ ਬੜੇ ਆਨੰਦ ਵਿੱਚ ਬਾਰ-ਬਾਰ ਇਹ ਫਤਿਹ ਗਜਾਉਂਦੇ ਆ, ਬਾਰ-ਬਾਰ ਕਹਿੰਦੇ ਆ ਇਹ ਖਾਲਸਾ ਵਾਹਿਗੁਰੂ ਦਾ ਹੈ ਔਰ ਖਾਲਸੇ ਦੀ ਹਰ ਮੈਦਾਨ ਹਰ ਦੀਵਾਨ ਫਤਿਹ ਹੋਵੇਗੀ। ਜਦੋਂ ਇਹ ਖਾਲਸਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਹੈ ਤੇ ਫਿਰ ਵਾਹਿਗੁਰੂ ਦੇ ਖਾਲਸੇ ਦੀ ਤਾਂ ਕਦੇ ਹਾਰ ਹੋ ਹੀ ਨਹੀਂ ਸਕਦੀ। ਇਹ ਸਪਿਰਿਟ, ਇਹ ਸ਼ਕਤੀ ਮਹਾਰਾਜ ਜੀ ਆਪਣੇ ਬਚਨਾਂ ਦੁਆਰਾ, ਆਪਣੇ ਮੁਖੋਂ ਉਚਾਰੀ ਫਤਿਹ ਦੁਆਰਾ ਆਪਣੇ ਖਾਲਸੇ ਪੰਥ ਦੇ ਵਿੱਚ ਭਰ ਰਹੇ ਨੇ ਔਰ ਬਾਰ-ਬਾਰ ਇਹੀ ਆਵਾਜ਼ ਦੇ ਵਿੱਚ, ਗਰਜਵੀਂ ਆਵਾਜ਼ ਵਿੱਚ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਬ ਪੇ ਅਗਨ ਪ੍ਰਚੰਡ ਬਡੇਰੇ। ਕਹਿੰਦੇ ਵੇਖਦਿਆਂ ਵੇਖਦਿਆਂ ਇੱਕਦਮ ਅਗਨੀ ਪ੍ਰਚੰਡ ਹੋ ਗਈ। ਨਹਿ ਸ਼ਰੀਰ ਕੇ ਪਰਸੀ ਨੇਰੇ। ਕੁਝ ਕੁ ਸਿੰਘਾਂ ਦੀ ਨਿਗਾਹ ਪਈ ਹੈ, ਕੀ ਵੇਖਦੇ ਨੇ? ਅਗਨੀ ਬਲ ਰਹੀ ਹੈ ਚਾਰੇ ਪਾਸਿਓਂ, ਪਰ ਮੇਰੇ ਸਾਹਿਬ ਦੇ ਸਰੀਰ ਨੂੰ ਸਪਰਸ਼ ਨਹੀਂ ਕਰ ਰਹੀ। ਗੁਰਦੇਵ ਦਾ ਤਨ, ਪਾਤਸ਼ਾਹ ਦਾ ਚੌਂਕੜਾ ਲੱਗਾ ਹੋਇਆ ਅੰਗੀਠੇ ਵਿੱਚ, ਅੰਗੀਠਾ ਜਲ ਰਿਹਾ, ਅਗਨੀ ਪ੍ਰਚੰਡ ਹੋ ਗਈ, ਪਰ ਕਲਗੀਧਰ ਸਵਾਮੀ ਜੀ ਦੇ ਪਾਵਨ ਸਰੀਰ ਨੂੰ ਅਗਨੀ ਸਪਰਸ਼ ਨਹੀਂ ਕਰ ਰਹੀ। ਤਬ ਸਮਾਧ ਸਤਿਗੁਰੂ ਲਗਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਮਾਧੀ ਸਥਿਤ ਹੋ ਗਏ ਨੇ। ਫਤਿਹ ਗਜਾਉਂਦਿਆਂ ਗਜਾਉਂਦਿਆਂ ਇੱਕਦਮ ਚੁੱਪ ਹੋ ਗਏ, ਨੇਤਰ ਮੁੰਦੇ ਨੇ, ਸਮਾਧੀ ਸਥਿਤ ਹੋ ਗਏ। ਜੋਗ ਅਗਨ ਤੂਰਨ ਉਪਜਾਏ। ਸਾਹਿਬ ਦੇ ਤਨ ਵਿੱਚੋਂ ਇੱਕ ਯੋਗ ਅਗਨੀ ਪ੍ਰਚੰਡ ਹੋਈ ਹੈ। ਯੋਗ ਅਗਨੀ। ਖਾਲਸਾ ਜੀ, ਅੱਜ ਤੋਂ ਕਈ ਦਹਾਕੇ ਪਹਿਲਾਂ ਦੀ ਇੱਕ ਘਟਨਾ ਇਧਰ ਯੂਪੀ ਦੇ ਇਲਾਕੇ ਦੀ ਦੱਸੀ ਜਾਂਦੀ ਹੈ। ਬਕਾਇਦਾ ਉਹਦਾ ਅਖਬਾਰਾਂ ਦੇ ਵਿੱਚ ਵੇਰਵਾ ਆਇਆ ਸੀ, ਛਪੀ ਸੀ ਉਹ ਖਬਰ ਕਿ ਇੱਕ ਨਿਹੰਗ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੈਠਾ ਹੈ। ਅੰਮ੍ਰਿਤ ਵੇਲੇ ਦਾ ਸਮਾਂ, ਇਸ਼ਨਾਨ ਪਾਨ ਕਰਕੇ ਨਿਤਨੇਮ ਕਰਦਿਆਂ ਕਰਦਿਆਂ ਉਹ ਲੇਟ ਗਿਆ ਦਰਬਾਰ ਦੇ ਵਿੱਚ ਤੇ ਲੇਟੇ ਹੋਏ ਦੇ ਸਰੀਰ ਵਿੱਚੋਂ ਹੀ ਜੋਗ ਅਗਨੀ ਨਿਕਲੀ ਹੈ ਔਰ ਉਹਦਾ ਸਾਰਾ ਸਰੀਰ ਇੱਕਦਮ ਕਿ ਇੱਕ ਭਸਮ ਦੀ ਢੇਰੀ ਦਾ ਰੂਪ ਹੋ ਕੇ ਤੇ ਉਹ ਭਸਮ ਵੀ ਮੁੜ ਕੇ ਕਹਿੰਦੇ ਖਿੰਡ ਗਈ। ਇਹ ਘਟਨਾ ਜਿਨ੍ਹਾਂ ਨੇ ਵੇਖੀ, ਬਕਾਇਦਾ ਅਖਬਾਰਾਂ ਦੇ ਵਿੱਚ ਉਹਨਾਂ ਸਮਿਆਂ ਵਿੱਚ ਲੇਖ ਛਪਿਆ ਸੀ। ਇਹਨੂੰ ਯੋਗ ਅਗਨੀ ਕਹਿੰਦੇ ਹਨ। ਬਾਹਰਲੀ ਅਗਨੀ ਨੇ ਸਾਹਿਬ ਦੇ ਤਨ ਨੂੰ ਸਪਰਸ਼ ਨਹੀਂ ਕੀਤਾ। ਉਹ ਕਿਵੇਂ ਜਲਾਉਂਦੀ ਸਾਹਿਬ ਦੇ ਤਨ ਨੂੰ? ਭੈ ਵਿੱਚ ਅਗਨ ਬਹਿ ਸਦਭਾਉ। ਭੈ ਵਿੱਚ ਅਗਨੀ ਜਿਹੜੀ ਸਤਿਗੁਰਾਂ ਦੇ ਡਰ ਵਿੱਚ ਹੈ, ਉਸ ਵਕਤ ਮਹਾਰਾਜ ਜੀ ਦੇ ਤਨ ਚੋਂ ਯੋਗ ਅਗਨੀ ਉਪਜੀ ਹੈ ਔਰ ਉਸ ਯੋਗ ਅਗਨੀ ਦੁਆਰਾ ਮਹਾਰਾਜ ਜੀ ਦਾ ਸਰੀਰ ਉਸੇ ਯੋਗ ਅਗਨੀ ਵਿੱਚ ਅਲੋਪ ਹੋਇਆ। ਚਾੜੇ ਆਕਾਸ਼ ਕੇ ਪੰਥ ਪਧਾਰੇ। ਮਹਾਰਾਜ ਜੀ ਆਕਾਸ਼ਚਾਰੀ ਹੋਏ ਔਰ ਆਕਾਸ਼ ਯਾਨੀ ਕਿ ਬੈਕੁੰਠ ਨੂੰ ਚਾਲਾ ਮਾਰਿਆ। ਹਾਏ ਹਾਏ ਨਰ ਖਰੇ ਪੁਕਾਰੇ। ਇੱਥੇ ਧਰਤੀ ਤੇ ਖਲੋਤੇ ਜਿੰਨੇ ਸਿੰਘ ਸਨ, ਕੋਈ ਸਿੰਘ ਐਸਾ ਨਹੀਂ ਸੀ ਜਿਹਦੀਆਂ ਅੱਖਾਂ ਨਮ ਨਾ ਹੋਈਆਂ ਹੋਣ। ਅਤੀ ਜਾਨ ਤੋਂ ਪਿਆਰੇ ਸਵਾਮੀ ਨੇਤਰਾਂ ਦੇ ਸਾਹਮਣੇ ਬੈਕੁੰਠ ਜਾ ਰਹੇ ਨੇ। ਹੈਰਾਨੀ, ਲੀਲਾ ਕਿਹੋ ਜੀ ਅਚਰਜ। ਆਪ ਅੰਗੀਠਾ ਰਚਾਉਂਦੇ ਐ, ਆਪ ਉਹਦੇ ਤੇ ਜਲ ਕੇ ਪਹੁੰਚ ਕੇ ਬੈਠਦੇ ਐ। ਵੇਖਣ ਵਾਲੇ ਸਿੰਘ ਕਈਆਂ ਦੀ ਰਸਨਾ ਤੋਂ ਤਾਂ ਉਸ ਵੇਲੇ ਇੱਕ ਮੇਰੀ ਧਾ ਨਿਕਲ ਗਈ, ਉੱਚੀ ਧਾ ਕਰਕੇ ਕਈ ਰੋ ਪਏ। ਜੈ ਜੈ ਸ਼ਬਦ ਗਗਨ ਮਹਿ ਹੋਵਾ। ਧਰਤੀ ਦੇ ਉੱਤੇ ਹਾਏ ਹਾਏ ਦਾ ਨਾਦ ਹੈ, ਹਾਹਾਕਾਰ ਦਾ ਨਾਦ ਹੈ। ਉਧਰ ਆਕਾਸ਼ ਵਿੱਚ ਜਿਹੜੇ ਦੇਵਤੇ ਉਤਰੇ ਹੋਏ ਨੇ ਉਹ ਸਾਰੇ ਕਲਗੀਧਰ ਜੀ ਨੂੰ ਸਨਮੁਖ ਆ ਕੇ ਮੱਥਾ ਟੇਕਦੇ ਔਰ ਜੈ ਜੈ ਜੈ। ਸੁਰਲੋਕ ਦੀ ਖੇਡ ਉਹ ਆਕਾਸ਼ ਵਿੱਚ ਹੋ ਰਹੀ ਹੈ। ਸੁਨਿਓ ਸ਼੍ਰੋਨ ਕੁਛ ਨੈਣ ਨਾ ਜੋਵਾ। ਕਹਿੰਦੇ ਧਰਤੀ ਦੇ ਉੱਤੇ ਉਹ ਆਵਾਜ਼ ਸੁਣਾਈ ਦੇ ਰਹੀ ਹੈ ਸਿੰਘਾਂ ਨੂੰ।
ਉਹ ਆਵਾਜ਼ ਸੁਣ ਰਹੀ ਆ ਵੀ ਆਕਾਸ਼ ਵਿੱਚੋਂ ਆ ਰਹੀ ਜੈ ਜੈਕਾਰ ਦੀ, ਪਰ ਅੱਖਾਂ ਨਾਲ ਦਿਸ ਕੁਝ ਨਹੀਂ ਰਿਹਾ। ਸੁਣ ਰਿਹਾ ਪਰ ਦਿਸ ਨਹੀਂ ਰਿਹਾ। ਗਨ ਦੇਵਨ ਮਹਿ ਨੌਬਤ ਬਾਜੇ, ਦੇਵਤਿਆਂ ਵਿੱਚ ਨੌਬਤਾਂ ਵੱਜ ਗਈਆਂ, ਨਗਾਰੇ ਵੱਜ ਪਏ, ਰਣ ਸਿੰਘੇ ਵੱਜ ਪਏ। ਸੰਖਨ ਕੀ ਧੁਨ ਘੰਟਨ ਕੀ, ਕਰ ਫੂਲਨ ਕੀ ਬਰਖਾ ਬਰਖਾਵੈ, ਆਰਤੀ ਕੋਟ ਕਰੈ ਸੁਰ ਸੁੰਦਰ। ਏਦਾਂ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਵਾਰੇ ਵਾਰੇ ਜਾਂਦੇ ਹਨ। ਮਿਲ ਕੈ ਸੋ ਦੇਵਨ ਵਡਾਈ ਕਰੀ ਕਾਲ ਕਾ ਕੀ। ਸਤਿਗੁਰੂ ਕਾਲ ਦਾ ਵੀ ਕਾਲ ਮਹਾਕਾਲ ਸਰੂਪ ਨੇ। ਮਹਾਰਾਜ ਜੀ ਦੀਆਂ ਵਡਿਆਈਆਂ ਕਰਦੇ, ਸੋਭਾ ਵਰਣਨ ਕਰਦੇ ਹਨ। ਸੁਨਤ ਸਗਲ ਜਿਮ ਨੀਰਦ ਗਾਜੇ, ਕਹਿੰਦੇ ਏਦਾਂ ਨੌਬਤਾਂ ਵੱਜੀਆਂ, ਨਗਾਰੇ ਵੱਜੇ ਆਕਾਸ਼ ਵਿੱਚ ਦੇਵਤਿਆਂ ਦੇ, ਜਿਵੇਂ ਮਾਨੋ ਬੱਦਲ ਗਰਜੇ ਹੁਣ ਗਹਿਰੀ ਆਵਾਜ਼ ਵਿੱਚ। ਪਰੇ ਗੂੰਜ ਇੱਕ ਬਾਰ ਵਿਸਾਲਾ, ਇੱਕੋ ਵਾਰ ਸਾਰੀ ਗੂੰਜ ਆਕਾਸ਼ ਦੇ ਵਿੱਚ ਪੈ ਗਈ। ਦੂਰ ਦੂਰ ਤੱਕ ਨੌਬਤਾਂ ਸੁਣਾਈ। ਧਰਤੀ ਤੇ ਸੁਣ ਰਿਹਾ ਸਭ ਕੁਝ, ਨਾਦ ਸੁਣ ਰਹੇ ਨੇ, ਨਗਾਰੇ ਸੁਣ ਰਹੇ ਨੇ, ਰਣ ਸਿੰਘੇ ਸੁਣ ਰਹੇ ਨੇ, ਪਰ ਜਦੋਂ ਵੇਖਦੇ ਨੇ ਆਵਾਜ਼ ਆਉਂਦੀ ਕਿੱਥੋਂ ਹੈ, ਨਜ਼ਰ ਕੁਝ ਨਹੀਂ ਆਉਂਦਾ। ਜਨ ਗਾਜਤੀ ਮਾਧੁਰੀ ਕਨ ਮਾਲਾ, ਕਹਿੰਦੇ ਏਦਾਂ ਜਾਪਦਾ ਵੀ ਬੱਦਲ ਗਰਜਦੇ ਤੇ ਡਰ ਲੱਗਦਾ ਨਾ, ਪਰ ਇਹ ਜਿਹੜੀ ਗਰਜਦੀ ਆਵਾਜ਼ ਸੁਣਾਈ ਦੇ ਰਹੀ ਹੈ ਬੜੀ ਮਿੱਠੀ ਮਿੱਠੀ ਹੈ। ਨਗਾਰਿਆਂ ਦੀ ਗੜਗੜਾਹਟ ਆਕਾਸ਼ ਵਿੱਚ ਗੂੰਜ ਰਹੇ, ਜਿੰਨੇ ਨਾਦ ਨੇ ਸਾਜ਼ ਨੇ, ਕਹਿੰਦੇ ਬੜੀ ਮਿੱਠੀ ਮਿੱਠੀ ਆਵਾਜ਼ ਸੁਣਾਈ ਦਿੰਦੀ ਹੈ। ਭਇਓ ਆਕਾਸ਼ ਪ੍ਰਕਾਸ਼ ਮਹਾਨਾ, ਸਾਰੇ ਆਕਾਸ਼ ਵਿੱਚ ਰਾਤ ਦਾ ਸਮਾਂ ਅੰਮ੍ਰਿਤ ਵੇਲੇ ਦਾ, ਕਹਿੰਦੇ ਆਕਾਸ਼ ਪ੍ਰਕਾਸ਼ ਦੇ ਸਹਿਤ ਹੋ ਗਿਆ ਹੈ। ਲਾਲ ਵਰਣ ਸਭ ਕੋ ਦ੍ਰਿਸ਼ਟਾਨਾ, ਲਾਲ ਰੰਗ ਚਾਰੇ ਪਾਸੇ ਆਕਾਸ਼ ਵਿੱਚ ਨਜ਼ਰ ਆ ਰਿਹਾ ਹੈ। ਜਨ ਬਰਖਾ ਕਰ ਕੁਛ ਕਨ ਲਟੇ, ਕਹਿੰਦੇ ਮਾਨੋ ਜਿਵੇਂ ਬਰਖਾ ਕਰਨ ਤੋਂ ਬਾਅਦ ਥੋੜਾ ਜਿਹਾ ਬੱਦਲ ਨੀਵੇਂ ਜੇ ਹੋਏ ਹੁੰਦੇ ਨਾ, ਪਾਸੇ ਜੇ ਹੋਏ ਹੁੰਦੇ ਆ, ਤੇ ਵਿੱਚੋਂ ਥੋੜੀ ਥੋੜੀ ਲਾਲੀ ਸੂਰਜ ਦੀ ਦਿਸਦੀ ਹੈ। ਕਹਿੰਦੇ ਏਦਾਂ ਦੀ ਰੌਸ਼ਨੀ ਹੈ ਆਕਾਸ਼ ਵਿੱਚ। ਸਾਵਣ ਕੇ ਸੰਧਿਆ ਮਹਿ ਫਟੇ, ਕਹਿੰਦੇ ਏਦਾਂ ਆਕਾਸ਼ ਵਿੱਚ ਲਾਲੀ ਦਿਸਦੀ ਹੈ, ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਬੱਦਲ ਪੈਣ ਤੋਂ ਬਾਅਦ ਜਿਹੜੇ ਆਕਾਸ਼ ਦੇ ਵਿੱਚ ਉਹ ਮੇਘ ਆਏ ਹੁੰਦੇ ਫਟ ਜਾਂਦੇ ਆ ਨਾ, ਤੇ ਫਟਣ ਤੋਂ ਬਾਅਦ ਉਹਦੇ ਵਿੱਚੋਂ ਸੂਰਜ ਦੀ ਲਾਲੀ ਸ਼ਾਮ ਜਿਹੇ ਦੇ ਸਮੇਂ, ਉਹ ਲਾਲੀ ਜੇ ਸ਼ਾਮ ਨੂੰ ਕਹਿੰਦੇ ਦਿਸਦੀ ਹੈ ਨਾ, ਏਦਾਂ ਦੀ ਲਾਲੀ ਹੈ ਆਕਾਸ਼ ਵਿੱਚ ਅੱਜ ਜਿਹੜੀ ਦਿਸ ਰਹੀ ਹੈ ਸਿੰਘਾਂ ਨੂੰ। ਸੂਰਜ ਕਿਰਨ ਸਜਲ ਤੇ ਬਰਨ, ਕਹਿੰਦੇ ਸੂਰਜ ਦੀਆਂ ਕਿਰਨਾਂ ਮਾਨੋ ਜਿਵੇਂ ਜਲ ਦੇ ਨਾਲ ਭਿੱਜੀਆਂ ਹੋਣ। ਜਿਸ ਬਿਦ ਦੇਖਿਆ ਤਾਂ ਪੀਤ ਕੇ ਅਰਣ, ਕਹਿੰਦੇ ਜਿਵੇਂ ਉਹ ਪੀਲੀਆਂ ਤੇ ਲਾਲ ਰੰਗ ਦੀਆਂ ਕਿਰਨਾਂ ਦਿਸਦੀਆਂ ਨੇ ਨਾ ਬੱਦਲਾਂ ਵਿੱਚੋਂ, ਏਦਾਂ ਆਕਾਸ਼ ਵਿੱਚ ਨਜ਼ਰ ਆ ਰਿਹਾ ਹੈ। ਫੇਰ ਬਿਨਾ ਵਿਮਾਨਨ ਕੀ ਬਹ ਹੋਏ, ਕਹਿੰਦੇ ਅਨੇਕਾਂ ਵਿਮਾਨ ਦੇਵਤਿਆਂ ਦੇ ਆਕਾਸ਼ ਵਿੱਚ ਆਏ ਹੋਏ ਉਤਰੇ ਹੋਏ ਨੇ। ਗੁਰ ਆਗਵਨ ਜਾਨ ਸਭ ਕੋਏ, ਕਹਿੰਦੇ ਜਿੰਨੀਆਂ ਗੁਪਤ ਸ਼ਕਤੀਆਂ ਨੇ ਜੋ ਇਸ ਸਾਰੀ ਪ੍ਰਕਿਰਤੀ ਵਿੱਚ ਪਰਮੇਸ਼ਰ ਦੇ ਹੁਕਮ 'ਚ ਕੰਮ ਕਰ ਰਹੀਆਂ ਨੇ, ਜਿਤਨੀਆਂ ਗੁਪਤ ਸ਼ਕਤੀਆਂ ਨੇ ਜੋ ਪਰਮੇਸ਼ਰ ਦੇ ਕਰਿੰਦੇ ਅੱਗੇ ਸਾਰੇ ਜਗਤ ਦੇ ਵਿੱਚ ਉਹਦੇ ਹੁਕਮ ਨਾਲ ਕਿਰਿਆ ਕਰ ਰਹੇ ਨੇ, ਕੋਈ ਐਸੀ ਸ਼ਕਤੀ ਨਹੀਂ ਜਿਹੜੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਇਸ ਵੇਲੇ ਨਹੀਂ ਪੁੱਜੀ। 33 ਕਰੋੜ ਦੇਵਤੇ ਦੇਵੀਆਂ, ਜਿਤਨੇ ਬ੍ਰਹਮੇ ਜਿਤਨੇ ਸ਼ਿਵ ਰਚੇ ਹੋਏ ਨੇ, ਉਹ ਸਾਰੇ ਮਹਾਰਾਜ ਕਲਗੀਧਰ ਜੀ ਦੇ ਦਰਸ਼ਨਾਂ ਵਾਸਤੇ ਆਏ ਹਨ। ਗੀਰਬਾਨ ਪਹੁੰਚੇ ਸਮੁਦਾਏ, ਜਿਹੜੇ ਵੱਡੇ ਵੱਡੇ ਗੀਰਬਾਨ ਦੇਵਤੇ ਕਹੇ ਜਾਂਦੇ ਨੇ ਉਹ ਵੀ ਸਾਰੇ ਆਏ। ਜੈ ਜੈ ਧੁਨ ਤੇ ਰੌਰ ਉਠਾਏ, ਕਹਿੰਦੇ ਜੈ 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 ਦੀ ਧੁਨ ਦੀ ਆਵਾਜ਼ ਸਾਰੇ ਪਾਸੇ ਕਹਿੰਦੇ ਉਹੀ ਰੌਰ ਕਹੀਏ ਸ਼ੋਰ ਸੁਣਾਈ ਦੇ ਰਿਹਾ ਹੈ। ਜੈ ਜੈਕਾਰ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਵਾਹਿਗੁਰੂ ਜੀ ਕੀ ਹੈ ਫਤਿਹ, ਔਰ ਦੇਵਤੇ ਵੀ ਆ ਕੇ ਕਹਿ ਰਹੇ ਨੇ ਫਤਿਹ ਵਾਹਿਗੁਰੂ ਜੀ ਦੀ ਹੈ। ਦੇਵਤੇ ਵੀ ਆ ਕੇ ਗੱਜ ਗੱਜ ਕੇ ਸਤਿਗੁਰਾਂ ਦੇ ਸਨਮੁਖ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਲੇ ਦੇਵਤਾ ਕੇ ਗਣ ਜਿਤੇ, ਕਹਿੰਦੇ ਜਿੰਨੇ ਦੇਵਤਿਆਂ ਦੇ ਗਣ ਨੇ ਸਮੁਦਾਇ ਨੇ ਸਭ ਆਣ ਕੇ ਮਿਲੇ ਹਨ। ਧੰਨ ਗੁਰੂ ਸਭ ਕਾਰਜ ਕਰੇ, ਸਾਰੇ ਕਹਿ ਰਹੇ ਨੇ ਧੰਨ ਗੁਰੂ ਖਾਲਸਾ, ਧੰਨ ਗੁਰੂ ਖਾਲਸਾ। ਸਤਿਗੁਰੂ ਜੀ ਨੇ ਜਿੰਨੇ ਕਾਰਜ ਕਰਨੇ ਸਨ ਉਹ ਕਰ ਲਏ ਹਨ।
ਜਿਨ੍ਹਾਂ ਕਾਰਜਾਂ ਨੂੰ ਕਰਨ ਲਈ ਮੇਰੇ ਸਾਹਿਬ ਆਏ ਸਨ ਧਰਤੀ ਤੇ। ਹੁਕਮ ਹੋਇਆ ਸੀ ਅਕਾਲ ਪੁਰਖ ਜੀ ਦਾ ਕਿ ਜਾਓ ਜਾ ਕੇ ਧਰਮ ਚਲਾਓ, ਕਬੁੱਧ ਕਰਨ ਤੋਂ ਲੋਕਾਂ ਨੂੰ ਹਟਾਓ, ਸਾਧੂਆਂ ਸੰਤਾਂ ਨੂੰ ਉਭਾਰੋ, ਦੁਸ਼ਟਾਂ ਦੀਆਂ ਜੜ੍ਹਾਂ ਉਖਾੜ ਦਿਓ ਤੇ ਪੰਥ ਦੀ ਸਾਜਨਾ ਕਰੋ। ਉਹ ਸਾਰੇ ਕਾਰਜ ਗੁਰੂ ਕਲਗੀਧਰ ਜੀ ਨੇ ਕਰ ਲਏ ਹਨ। ਦੁਸ਼ਟ ਨਕੁਲ ਬਲ ਤੇ ਪਰ ਹਰੇ। ਦੁਸ਼ਟਾਂ ਦੇ ਕੁੱਲ ਨੂੰ ਆਪਣੇ ਬਲ ਨਾਲ ਮਹਾਰਾਜ ਜੀ ਨੇ ਪੁੱਟ ਦਿੱਤਾ ਹੈ। ਔਰੰਗੇ ਦੇ ਮਰਨ ਤੋਂ ਬਾਅਦ ਤਕਰੀਬਨ ਕੁੱਲ ਪੁੱਟੀ ਗਈ। ਬਾਅਦ ਵਿੱਚ ਤਾਂ ਬਸ ਫਿਰ ਸ਼ੋਰ ਸ਼ਰਾਬਾ ਹੀ ਰਿਹਾ ਇਹਨਾਂ ਦੇ ਰਾਜ ਭਾਗ ਵਿੱਚ। ਸਵਈਆ ਪੰਕਜ ਪੋਤ ਵਿਭੂਤ ਮਿਲੇ ਸ਼ਿਵ। ਉਹਨੇ ਕੌਣ ਕੌਣ ਆਏ ਨੇ ਦੱਸਦੇ ਨੇ, ਕੁਝ ਕਾਂ ਦੀ ਗਿਣਤੀ, ਸਾਰੇ ਤਾਂ ਨਹੀਂ ਗਿਣ ਹੁੰਦੇ, ਦੱਸ ਰਹੇ ਨੇ। ਪੰਕਜ ਪੂਤ, ਕਮਲ ਦੇ ਵਿੱਚੋਂ ਪੈਦਾ ਹੋਣ ਵਾਲੇ ਕੌਣ? ਬ੍ਰਹਮਾ ਜੀ, ਉਹ ਆਏ ਹਨ। ਵਿਭੂਤ ਮਿਲੇ ਸ਼ਿਵ। ਸ਼ਿਵ ਸ਼ਿਵ ਇੱਕ ਨਹੀਂ ਨਾ ਹੈ, ਸ਼ਿਵ ਵੀ ਕਈ ਨੇ, 11 ਰੁਦਰ ਕਹੇ ਨੇ। ਉਹ ਜਿਹੜੇ 11 ਰੁਦਰ ਨੇ ਸਰੀਰ ਤੇ ਸਵਾਹ ਮਲੀ ਹੋਈ ਉਹਨਾਂ ਨੇ, ਤੇ ਗਲ ਦੇ ਵਿੱਚ ਨਾਗ ਲਪੇਟੇ ਹੋਏ, ਸਰਪ ਲਪੇਟੇ ਹੋਏ, ਹੱਥ ਦੇ ਵਿੱਚ ਤਰਸੂਲ ਆਦਿਕ ਧਾਰਨ ਕਰਕੇ ਕਹਿੰਦੇ ਉਹ ਸ਼ਿਵ ਵੀ ਆਏ ਹਨ। ਆਨ ਮਿਲੇ ਪੁਰਹੂਤ ਸਮੇਤਾ। ਇੰਦਰ, ਪੁਰਹੂਤ ਕਹਿੰਦੇ ਨੇ ਇੰਦਰ ਨੂੰ, ਜਿਹੜਾ ਸਾਰੇ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ ਸਵਰਗ ਦਾ। ਕਹਿੰਦੇ ਇੰਦਰ ਆਇਆ, ਇਹ ਸਾਰੇ ਸਮੇਤ ਇਕੱਤਰ ਹੋ ਕੇ ਪਹੁੰਚੇ ਹਨ। ਨਾਰਦ ਗਾਵਤ ਬੈਣ ਲਾਏ। ਨਾਰਦ ਜੀ, ਉਹਨਾਂ ਦੇ ਹੱਥ ਵਿੱਚ ਬੇਣ ਵੀਣਾ ਹੈ। ਉਹ ਵੀਣਾ ਲੈ ਕੇ ਨਾ ਏਦਾਂ ਵਜਾਉਂਦੇ ਆ ਤੇ ਨਾਲ ਮਹਾਰਾਜ ਕਲਗੀਧਰ ਦੀ ਸਿਫਤ ਗਾਇਨ ਕਰਦੇ। ਵੀਣਾ ਵਜਾ ਕੇ ਉਦਾਂ ਤਾਂ ਉਹ ਕਹਿੰਦੇ ਹੁੰਦੇ ਆ ਰੋਜ਼ ਨਾਰਾਇਣ ਨਾਰਾਇਣ ਨਾਰਾਇਣ, ਪਰ ਅੱਜ ਬੇਣ ਵਜਾ ਕੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਏਦਾਂ ਬੇਣ ਵਜਾ ਕੇ ਮਹਾਰਾਜ ਜੀ ਦੀ ਸਿਫਤ ਨੂੰ ਗਾਇਨ ਕਰਦੇ ਨੇ। ਗੁਰੂ ਨਾਨਕ ਕੇ ਪਦ ਜੇ ਸੁਖ ਹਿਤਾ। ਔਰ ਗੁਰੂ ਨਾਨਕ ਸਾਹਿਬ ਦਾ ਰੂਪ ਵੇਖਦੇ ਆ ਕਲਗੀਧਰ ਜੀ ਨੂੰ ਕਿ 10ਵਾਂ ਰੂਪ ਨੇ ਗੁਰੂ ਨਾਨਕ ਸਾਹਿਬ ਦਾ, ਔਰ ਸਤਿਗੁਰਾਂ ਦੇ ਚਰਨਾਂ ਨੂੰ ਸੁਖ ਦਾ ਮੂਲ ਜਾਣਦੇ ਨੇ। ਆਦ ਹੋਤਾਸਨ ਦੇਵ ਸਭੈ। ਆਦ ਹੋਤਾਸਨ, ਆਦਿਕ ਮਤਲਬ ਆਦਿਕ ਇਤਿਆਦ। ਕੌਣ ਕੌਣ? ਅਗਨੀ ਦੇਵ ਆਦਿ, ਇਹ ਵੀ ਸਾਰੇ ਚੱਲ ਕੇ ਆਏ ਹਨ। ਬਰ ਦੇਵ ਵਧੂ ਹੋਏ ਮੋਦ ਨਿਕੇਤਾ। ਔਰ ਕਹਿੰਦੇ ਅਨੇਕਾਂ ਦੇਵ ਬਧੂਟੀਆਂ, ਦੇਵਤੇ ਫਿਰ ਉਹਨਾਂ ਦੀਆਂ ਜਿਹੜੀਆਂ ਬਧੂਟੀਆਂ ਬਹੂ ਰਾਣੀਆਂ ਨੇ, ਕਹਿੰਦੇ ਉਹ ਵੀ ਆਈਆਂ ਨੇ ਬੜੇ ਮੋਦ ਵਿੱਚ, ਬੜੇ ਆਨੰਦ ਵਿੱਚ ਕਲਗੀਧਰ ਜੀ ਦੇ ਦੀਦਾਰ ਪਰਸਣ ਲਈ। ਕੌਤਕ ਭਾਂਤ ਅਨੇਕ ਨਿਹਾਰ ਹੈ। ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ। ਮਹਾਰਾਜ ਜੀ ਬੈਠੇ ਨੇ ਸੁੰਦਰ ਵਿਵਾਨ ਵਿੱਚ, ਉਹਨਾਂ ਸਾਰੇ ਦੇਵਤਿਆਂ ਦਾ ਇਹ ਕੌਤਕ ਕਲਗੀਧਰ ਸੁਆਮੀ ਜੀ ਵੇਖ ਰਹੇ ਨੇ। ਉਹ ਸਾਰੇ ਮੇਰੇ ਸਾਹਿਬ ਦੇ ਹੀ ਰਚੇ ਹੋਏ ਨੇ ਨਾ, ਕਲਗੀਆਂ ਵਾਲੇ ਪਾਤਸ਼ਾਹ ਦੇ ਹੀ ਰਚੇ ਹੋਏ ਨੇ, ਤੇ ਰਚ ਕੇ ਸਭ ਨੂੰ ਵੇਖ ਰਹੇ ਨੇ। ਕਹਿ ਦਿਖ ਰਾਏ ਬਵੇਕ ਸੰਕੇਤਾ। ਔਰ ਕਹਿੰਦੇ ਜਿਹੜੇ ਉਹ ਕੌਤਕ ਰਚੇ ਜਾ ਰਹੇ ਨੇ ਬਵੇਕ ਦੇ ਸੰਕੇਤ ਸਹਿਤ ਨੇ। ਏਦਾਂ ਹੀ ਨਹੀਂ ਵੀ ਆਲ ਬਾਲ ਨੱਚੀ ਜਾਣ ਟੱਪੀ ਜਾਣ ਬਿਨਾਂ ਕਿਸੇ ਬਵੇਕ ਤੋਂ ਆਵੇ ਫਾਵੇ ਹੋਏ। ਕਹਿੰਦੇ ਪੂਰੇ ਬਵੇਕ ਸਾਹਿਤ, ਵਿਚਾਰ ਸਾਹਿਤ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੇ ਕੌਤਕ ਵਿਖਾਉਂਦੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਨੰਦਨ। ਔਰ ਕੀ ਕਹਿੰਦੇ ਆ ਦੇਵਤੇ ਸਾਰੇ ਮਿਲ ਕੇ ਉਪਮਾ ਕਰਦੇ ਸਤਿਗੁਰਾਂ ਦੀ। ਇਹਨੂੰ ਕਹਿੰਦੇ ਨੇ ਮੰਗਲਾਚਾਰ। ਮੰਗਲਾਚਾਰ ਕਰਦੇ ਸਾਹਿਬ ਦਾ, ਤੇ ਮੰਗਲਾਚਾਰ ਕਰਦਿਆਂ ਕਹਿੰਦੇ ਸ਼੍ਰੀ ਗੁਰੂ ਤੇਗ ਬਹਾਦਰ ਨੰਦਨ, ਬੰਧਨ ਜੋਗਨ ਕੰਦਨ ਹੋ ਦੁਖ। ਹੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੰਦਨ, ਨੰਦਨ ਕਹਿੰਦੇ ਨੇ ਪੁੱਤਰ ਨੂੰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲਖਤੇ ਜ਼ਿਗਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਜੀ ਬੰਦਨੇ ਯੋਗ ਹੋ, ਬੰਧਨ ਜੋਗਨ ਕੰਦਨ ਹੋ ਦੁਖ। ਮਹਾਰਾਜ ਤੁਸੀਂ ਬੰਦਨੇ ਯੋਗ ਹੋ, ਔਰ ਤੁਸੀਂ ਜਿਹੜੇ ਤੁਹਾਨੂੰ ਬੰਦਨਾ ਕਰਦੇ ਆ ਉਹਨਾਂ ਸਾਰਿਆਂ ਦੇ ਦੁੱਖ ਦੂਰ ਕਰ ਦਿੰਦੇ ਹੋ।
हे कलगीधर, हे गुरु तेग बहादुर साहब दे पुत्र, तुहानू जेड़े मत्था टेकदे ने वंदना करदे ने उन्हां दे दुख तुसी दूर कर दिंदे हो। पंथ रचियो शोभ ग्रंथ सचियो। आहा महाराज जी तुसी पंथ रचिया है, पंथ रचियो शोभ ग्रंथ सचियो, पंथ रचिया। फिर श्री गुरु ग्रंथ साहब जी ਨੂੰ ਆਪ ਜੀ ਨੇ ਕਤਰ ਕੀਤਾ। ਦਮਦਮਾ ਸਾਹਿਬ ਵੇਖੇ ਸਾਰੀ ਬਾਣੀ ਮਹਾਰਾਜ ਜੀ ਨੇ ਕੰਠਾਗਰ ਉਚਾਰਨ ਕੀਤੀ, ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ, श्री दसम ग्रंथ साहब जी की रचना की, सर्वलोक ग्रंथ की रचना की और श्री गुरु ग्रंथ साहब जी ਨੂੰ आप जी ने अपनी गुरियाई दी, गुरता गद्दी श्री गुरु ग्रंथ साहब और गुरु पंथ के गुरु ग्रंथ दे विच अपनी जोत आप जी ने विराजमान की। पंथ रचियो शुभ ग्रंथ सचियो, पंथ रचिया आप जी ने और शुभ ग्रंथ की भाव एकत्र किया है, भाव गुरु ग्रंथ साहब को गुरियाई दी है। हर पुंज पचियो और कैठा लहियो सुख। महाराज हरि पुंज पचियो, हरि नाम हुंदा दुश्मनां दा। महाराज जेड़े तुहाडे पंथ गुरु ग्रंथ ते गुरु पंथ दे हरि वैरी ने वो पच गए ने। पच गए दा मतलब हुंदा मुक गए ने। ते महाराज जेड़े हैण भी ने गुरु ग्रंथ ते गुरु पंथ दे दोखी, वो संसार दा केड़ा कोना जिथे जाके उन्हां नूं सुख लभेगा, वो किते सुखी नहीं हो सकते। कलगीधर जी तुहाडे पंथ ते तुहाडे ग्रंथ दे जेड़े दोखी ने उन्हां दोखियां दा उन्हां दुश्मनां दा संसार विच किते भला नहीं होना, उन्हां नूं किते भी सुख नहीं लभना। तेज विशाल कृपाल सदा। महाराज आप जी दा महान तेज विशाल, तुसी सदा ही कृपाल हो, कृपालु हो। विकसियो अरविंद बिलंद दिपै मुख। आप जी दा मुख मंडल कमल दे फुल समान खिड़िया होया सारियां नूं आनंद दे रहा है। हिंदन के वृंद हिंदन वृंद की लाज रखे। महाराज हजारां लखां करोड़ां हिंदुआं दी लाज आप जी ने रखी है। तुरकान प्रताप खपाए रिसा चोख। और जेड़े मलेश सन इस वेले तुरक, उन्हां दा राज प्रताप आप जी ने रोस विच आके खपाए खत्म कीता। रोस विच आके, ऐसा नहीं सी कि उन्हां नाल तुहाडी दुश्मनी सी। जदों उन्हां वधीकियां कीतियां, जदों जरवाणे होए ते उन्हां नाल रोस करके आप जी ने उन्हां दा राज भाग खत्म किया, क्योंकि दिता भी तुसीं सी पहले जामे च। हाँ जी, होत कोलाहल देवन मह। इदां देवते जेड़े ने ना महाराज जी दा जस कर रहे ने। कलगीधर जी दियां सिफतां दे इदां दे एक नहीं कई मंगल उचारण कर रहे ने। कोलाहल हो रहा देवपुरी विच। गण देव वधु बहु नाचत है। अनेकां देव बधूटियां महाराज जी दी आरती उतार दियां ने। आरत हार की आरती उतारी है। जेड़े दुखां नूं दूर करन वाले स्वामी ने उन्हां दी आरती करदे हन। मंगल कोसर भंग तरह जय। कहंदे मंगल ही मंगल सतगुरां दे करदे हन। बाको तंगो बाजत है। जय 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 दी नाद नाल जय सतगुरु कलगीधर जी इदां इस आवाज नाल उच्ची बोलदे हन। बाजत बृंद मृदंग उपंग। कहंदे अनेकां बृंद मृदंग वजदे ने, उपंग बजदे ने, नस तरंग बजदे ने, मृदंग बजदे ने। मचांग सरंग नराचत है। और कहंदे अनेकां जदों साज बजदे ने उन्हां दियां सुरां दे रंग विच देवते रचे हुए ने। जाचत है दर्शन प्रसन्न है। और सारे महाराज जी दे दर्शनां नूं परसना चाहुंदे ने। सारियां दे मनां च कांख है कलगीधर जी दे दर्शनां दी। धन गुरु मुद माचत है। और कहंदे जदों दर्शन करदे ने ना आके जिन्ने देवते ने दर्शन करके सतगुरां दे सन्मुख उन्हां दी रसना तो बदो बदी निकलदा धन गुरु धन गुरु धन गुरु मुद माचत है। गुरुदेव धन हो इदां कह के उन्हां दा हिरदा खुशी नाल मच जांदा है। मचण दा मतलब
ਖੁਸ਼ੀ ਦੇ ਨਾਲ ਭਰ ਜਾਂਦਾ ਹੈ। ਇੰਨੀ ਖੁਸ਼ੀ ਹੁੰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਨੰਦ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਗੁਰੂ ਕਲਗੀਧਰ ਜੀ ਦੇ ਸਤਕਾਰ ਵਜੋਂ ਆਦਰ ਕਾਰਨ ਦੇਵ ਮਿਲੇ। ਇਹ ਤਾਂ ਇਹ ਸਾਰੇ ਦੇਵਤੇ ਆਦਰ ਕਰਨ ਲਈ ਇਕੱਠੇ ਹੋਏ ਨੇ। ਤੀਰ ਬਹਾਦਰ ਕੋ ਆਵੇ ਲੋਕ ਔਰ ਧੀਰ ਬਹਾਦਰ, ਬਹਾਦਰ ਯਾਨੀ ਕਿ ਧੀਰਜ ਨੂੰ ਧਾਰਨ ਕਰਨ ਵਾਲੇ ਸਾਹਿਬ ਨੂੰ ਵੇਖ ਕੇ ਅਸ਼ੋਕ ਪਾਏ ਗਨ ਸੰਗ ਚੱਲੇ। ਅਸ਼ੋਕ ਹੋ ਕੇ, ਸ਼ੋਕ ਰਹਿਤ ਹੋ ਕੇ ਕਲਗੀਧਰ ਦੇ ਸੋਹਣੇ ਬਿਬਾਨ ਦੇ ਨਾਲ ਨਾਲ ਚੱਲ ਪਏ ਨੇ ਦੇਵਤੇ। ਸ਼੍ਰੀ ਪ੍ਰਭ ਹੇਰ ਸਮੂਹਨ ਕੋ ਸਤਿਗੁਰੂ ਜੀ ਸਾਰਿਆਂ ਵੱਲ ਵੇਖਦੇ ਨੇ। ਮਿਲ ਰੀਤ ਜਥੋ ਚਿਤ ਕੀਨ ਪਾਲੇ। ਸਾਰਿਆਂ ਨੇ ਜਥੋ ਰੀਤ ਕੀਤੀ, ਜਿਵੇਂ ਜਿਵੇਂ ਦੇਵਤਿਆਂ ਦੀ ਮਹਾਰਾਜ ਜੀ ਦੀ ਪੂਜਾ ਕੀਤੀ ਆਪੋ ਆਪਣੀ ਮਰਿਆਦਾ ਸਹਿਤ। ਕੌਤਕ ਹੈ ਉਤਸਾਹਨ ਕੇ ਇਹ ਤਾਂ ਕਹਿੰਦੇ ਕੌਤਕ ਹੋਏ ਹਨ ਉਤਸ਼ਾਹਾਂ ਦੇ। ਇਹ ਮੈਂ ਆਪਸ ਮਹਿ ਹਰ ਖਾਏ ਚੱਲੇ। ਕਹਿੰਦੇ ਬੜੇ ਖੁਸ਼ ਹੋ ਕੇ ਦੇਵਤੇ ਜਾ ਰਹੇ ਨੇ, ਕਿਉਂਕਿ ਸਾਰੇ ਸਾਹਿਬ ਨੇ ਜਿਸ ਥਾਂ ਤੇ ਪਹੁੰਚਣਾ ਉੱਥੇ ਦੇਵਤੇ ਨਹੀਂ ਜਾ ਸਕਦੇ। ਜਿੱਥੇ ਜਿੱਥੇ ਜਾ ਸਕਦੇ ਸਨ ਉੱਥੇ ਉੱਥੇ ਤਾਈਂ ਜਾ ਕੇ ਗੁਰਦੇਵ ਨੂੰ ਨਮਸਕਾਰ ਕਰਕੇ ਵਿਦਾ ਹੋ ਕੇ ਆਪੋ ਆਪਣੀਆਂ ਪੁਰੀਆਂ ਨੂੰ ਜਾ ਰਹੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਗਏ, ਜੋਤੀ ਜੋਤ ਸਮਾਏ। ਇਧਰ ਖਾਲਸੇ ਦੀ ਹਾਲਤ, ਤਖਤ ਸਾਹਿਬ ਤੇ ਬੈਠੇ ਸਿੰਘਾਂ ਦੇ ਮਨ ਦੀ ਦਸ਼ਾ ਉਹ ਕੈਸੀ ਹੈ, ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ 'ਚ ਦੱਸ ਰਹੇ ਨੇ। ਕੱਲ ਦੀ ਕਥਾ ਵਿੱਚ ਆਪਾਂ ਵਿਚਾਰਾਂਗੇ। ਗਰੀਬ ਨਵਾਜ ਸਾਹਿਬ ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਵਾਹਿਗੁਰੂ 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 ਵਾਹਿਗੁਰੂ